बहुत शुक्रिया जी, तुसीं बड़ी गिनती इत्थे पहुंचे हैं। पिछले दिनों तो काफ़ी कुछ मुद्दे इत्थे देखने को मिले। सतबीर सिंह वालिया मेरे सज्जे हत्थ हैगे आ, आप सारे इन्होंने जानते हैं। वो लगातार इन्फॉर्मेशन ट्रैक करते रहते हैं। पूरा बंच उन्होंने ਤੁਹਾਡੇ ਨਾਲ शेयर करने ਲਈ काफ़ी इन्फॉर्मेशन की है। मेरे खब्बे हत्थ सरजीत सिंह पूरा है, ਜਿਹੜੇ वाइस प्रेजिडेंट है पंजाब बॉर्डर किसान वेलफेयर सोसाइटी किसान यूनियन। ये खेमकरण तो SSM के कैंडीडेट उन्होंने साथी आए हैं। सुखजिंदर सिंह माहू ने इतने शामिल होना सी, डेथ करके नहीं आ सके। वो है प्रेजिडेंट लोक राज लहर पंजाब, वो भी SSM के कैंडीडेट से अमृतसर ईस्ट। ਅਸੀਂ दो तीन गल्लां जिहड़ियां ਅਸੀਂ मैसेज भी कीता वो तुहाडे नाल शेयर करनी है। एक तो पंजाब की जिस तरह लॉ एंड ऑर्डर की आपां हालात देख रहे हैं और जिवें पुलिस की काफ़ी तरसयोग हालत दिख रही है सारे पासे। पुलिस ने केस से की करने, पुलिस के उपर ही पंजाब की पुलिस के केस हो रहे हैं। ये एक डिस्कस करना थोड़ा बहुत शॉर्टली। उदों बाद एक बहुत ही तत्परता वाली गल है जी लगातार असं पढ़ रहे हैं। धालीवाल साहब 50,000 एकड़ जमीन शामलाट वाले छड़ा लेनी है, अज आ गया कि 1,008 एकड़ छड़ा भी ले लेना। फिर ये भी आ गया कि जे चुप करके अपने आप दे दोगे और इस महीने के खीर तक है तो चंगी गल है, नहीं तो फिर असं होर पेच कस देंगे। इस किस्म दी गल्लां देखने मिल रही हैं। ਉਹਦੇ ਬਾਰੇ ਵੀ ਕੋਸ਼ਿਸ਼ ਕਰਾ ਸਕਦੇ ਫੈਕਟ ਇਕੱਠੇ ਇਹਨਾਂ ਕੋਲ ਆਏ ਡਾਕੂਮੈਂਟਸ ਕਿ ਹੋ ਕੀ ਰਿਹਾ ਅਸਲ ਵਿੱਚ। ਇਮਾਨਦਾਰ ਸਰਕਾਰ ਦੇ ਹੋਣ ਵਾਲੀ ਹੈ, ਆਪਣੇ ਆਪ ਨੂੰ ਬਿਲਕੁਲ ਕਰਪਸ਼ਨ ਫ੍ਰੀ ਸਿਸਟਮ ਸਾਨੂੰ ਦੇਣ ਲਈ ਇੱਕ ਵਚਨਬੱਧ ਹੈ। ਪ੍ਰਾਪਤ ਤੇ ਕੀ ਹੋਣਾ ਉਹ ਗੱਲ ਕਰ ਬਾਰਡਰ ਦੇ ਉੱਤੇ ਆਪਾਂ ਜਾਣਦੇ ਜਿੱਥੋਂ ਇਹ ਪੂਰਾ ਹੀ ਆਏ ਹੈ ਕਿ ਕਾਫੀ ਜ਼ਮੀਨ ਸਾਡੀ ਜਿਹੜੀ हाँ 21,300 किला जमीन जी है वो अजे भी बार्डर तो पार जाके होनी चाहिए। हाँ जी, हाँ हाँ कार हाँ कार टप के साथ जी मैप तो जी रावी पार करके करना। उत्थे फिर तुम 4 बजे वापस आओ, ताड़ी जांदियां तलाशी आउंदियां तलाशी काफ़ी दिक्कत आई है। नहीं ये फाजिलका तो पाकिस्तान शेर ये फाजिलका टू पठानकोट सारे पंजाब के मैं तो इन्नी गल कहूँगा कि जिस ढंग नाल आपां 2 महीने सरकार चलती देखी है और जिस पद्धर से लोगों दी उम्मीदां बनियां 42% वोटां पईयां 92 कैंडीडेट आला लाला बहुत हुई ਉਹਦੇ ਵਿੱਚ ਗੈਪ ਜਿਹੜਾ ਪੂਰੇ ਜਾਣ ਦੀ ਜਗ੍ਹਾ ਵੱਧਦਾ ਨਜ਼ਰ ਆ ਰਿਹਾ। ਤੁਸੀਂ ਅੱਜ ਹੀ ਖਬਰਾਂ ਪੜ੍ਹੀਆਂ ਕਿ ਪੁਲਿਸ ਦੇ ਜਿਨ੍ਹਾਂ ਦੇ ਕੈਂਡੀਡੇਟ ਜਿਹੜੇ ਸਿਲੈਕਸ਼ਨ ਹੋਈ ਹੋਈ ਹੈ 2016 ਦੀ ਉਹ ਧਰਨਾ ਲਾ ਕੇ ਬੈਠ ਗਏ ਆ। ਜਿਹੜੇ ਕਰੋਨਾ ਯੋਧੇ ਨਰਸਾਂ ਆ, ਉਹਨਾਂ 'ਚ ਹੋਰ ਪੈਰਾਮੈਡੀਕਲ ਸਟਾਫ ਆ, ਉਹ 4-4 ਬੰਦੇ ਹਰ ਬੈਚ ਧਰਨਾ ਲਾ ਕੇ ਬੈਠ ਗਏ ਆ। ਇਸੇ ਤਰੀਕੇ ਨਾਲ ਹੋਰ ਜਿਨ੍ਹਾਂ ਨੇ ਟੈਸਟ ਪਾਸ ਕੀਤੇ ਅਲੱਗ-ਅਲੱਗ ਮੁਸ਼ਕਲਾਂ ਉਹ ਵੀ ਧਰਨਾ ਲਾ ਕੇ ਉੱਥੇ ਬੈਠ ਗਏ। ਇਹ ਹੁਣ ਗਿਣਤੀ ਕਿੱਧਰ ਨੂੰ ਕਿੰਨੀ ਵੱਧਦੀ ਜਾਊਗੀ ਆਉਣ ਵਾਲੇ ਸਮੇਂ 'ਚ। ਉਹ ਕਹਿ ਰਹੇ ਕਿ ਸਾਨੂੰ ਵਾਅਦਾ ਕਰਕੇ ਕੀਤਾ ਸੀ ਕਿ ਜਦੋਂ ਵੋਟਾਂ ਪੈਣ ਤੋਂ ਪਹਿਲਾਂ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਡੀਆਂ ਨੌਕਰੀਆਂ ਪੱਕੀਆਂ ਕਰਾਂਗੇ, ਪਰ ਹੁਣ ਸਾਡੀ ਉਹ ਕੁਛ ਪ੍ਰਤੀਤ ਨਹੀਂ ਹੋ ਰਹੀ। ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਉਹ ਕਹਿ ਰਹੇ ਆ, ਇਹ ਤਾਂ ਹੈ ਜਿਹੜੀ ਪਿਛਲੇ ਸਮੇਂ ਦੀ ਅਸੀਂ ਉਹਨਾਂ ਦੀ विकास के प्रति या लोगों को भरोसियां दित्तियां प्रति जिहड़ी ब्रीफ दे विच देखने मिल रहा। पर सब तो जिहड़ी सब को हैरान करने वाली तो दिल दहला देने वाली गल सी वो सी
ਜਿਹੜੇ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੋਂ ਹੋਏ। ਤੁਸੀਂ ਸਾਰਿਆਂ ਨੇ ਕਾਫੀ ਕੁਝ ਦੇਖ ਲਿਆ, ਅਜੇ ਵੀ ਉਹਦੀਆਂ ਪੈੜਾਂ ਦਿੱਤੀਆਂ ਜਾ ਰਹੀਆਂ, ਕਦੇ ਰਿੰਦੇ ਦਾ ਕੰਮ ਹੁੰਦਾ, ਕੁਛ ਹੁੰਦਾ, ਪਰ ਉਹ ਪਤਾ ਨਹੀਂ ਲੱਗ ਰਿਹਾ। ਪਰ ਸਾਨੂੰ ਦਿੱਕਤ ਇਹ ਆ ਗਈ ਕਿ ਜਿਨ੍ਹਾਂ ਦੇ ਬਸ ਅਸੀਂ ਜਿਨ੍ਹਾਂ ਨੂੰ ਮਤਲਬ ਸਰਕਾਰ ਸਪਾਂਸਰ ਕਰਦੀ ਹੈ, ਤਨਖਾਹ ਦਿੰਦੀ, ਉਹ ਸਾਰਾ ਬਜਟ ਸਾਰਾ ਕੁਝ ਸਹੂਲਤਾਂ ਦਿੰਦੀ ਹੈ, ਜਿਨ੍ਹਾਂ ਦੇ ਸਿਰ ਤੇ ਲਾਅ ਐਂਡ ਆਰਡਰ ਹੋਣਾ ਹੁੰਦਾ, ਜੇ ਉਹਦੇ ਤੇ ਹੀ ਅਟੈਕ ਕਿਸੇ ਵੱਲੋਂ ਹੁੰਦਾ ਤਾਂ ਫਿਰ ਆਮ ਬੰਦੇ ਦਾ ਜਿਹੜਾ ਬੜਾ ਇੱਕ ਭਰੋਸਾ ਬਣਨਾ ਇਸ ਸਰਕਾਰ ਤੇ, ਇਸ ਪੁਲਿਸ ਤੇ, ਲਾਅ ਐਂਡ ਆਰਡਰ ਤੇ ਮੁਸ਼ਕਲ ਹੋ ਜਾਂਦਾ। ਵੈਸੇ ਵੀ ਤੁਸੀਂ ਦੇਖਦੇ ਜਾਂ ਕਿਸੇ ਦਾ ਬਹੁਤ ਮਰਡਰ ਸਾਰੇ ਵਗੈਰਾ ਹੁੰਦੇ। ਮੈਂ ਇਹ ਵੀ ਗੱਲ ਨਾਲ ਜੋੜ ਕੇ ਕਹੂੰਗਾ ਕਿ ਡਰੱਗ ਵਾਲਾ ਵੀ ਬਿਲਕੁਲ ਬੁਰਾ ਹਾਲ ਹੈ। ਪਰਸੋਂ ਦੀ ਖਬਰ ਸੀ 5 ਨੌਜਵਾਨ, ਅੱਜ ਖਬਰ ਹੈ 2 ਨੌਜਵਾਨ। ਕੀ ਬਣੂ ਪੰਜਾਬ ਦਾ? ਅਸੀਂ ਤੇ ਕਹਿ ਰਹੇ ਸੀ ਕਿ ਜਾਂਦਿਆਂ ਹੀ ਮਜੀਠੀਆ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਅੰਦਰ ਦੇ ਦਿਆਂਗੇ। ਹੁਣ ਰਾਤਲ ਦੇ ਹਾਲਾਤ ਇਹ ਜਿਹੜੇ ਡਰੱਗ ਦੇ ਆ ਉਹ ਬਹੁਤ ਹੀ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਆ। ਉਹਦੇ 'ਚ ਵੀ ਕੋਈ ਸਾਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪਰ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਉਹ ਕੀਤੀ ਬੱਗੇ ਵਾਲੇ ਕੇਸ ਤੇ ਜਿਹੜੀ ਕੋਟਾ ਦੇ ਵਿੱਚ ਜਾ ਕੇ ਸਾਡੀ ਬੜੀ ਪੁਲਿਸ ਦੀ ਉਸ ਕਿਸਮ ਦੀ ਮੈਂ ਦੇਖਾਂ ਬੇਇੱਜ਼ਤੀ ਹੋਈ ਹੈ। ਉਹ ਸਾਰਿਆਂ ਨੇ ਅਸੀਂ ਦੇਖਿਆ ਕਿ ਗਏ ਤੇ ਉੱਥੇ ਬੰਦੇ ਨੂੰ ਫੜਨ, ਉਹਨਾਂ ਨੇ ਕਿਹਾ ਕਿ ਇਹਨਾਂ 14 ਬੰਦਿਆਂ ਦੇ ਕੇਸ ਕਰੋ, ਜਿੱਥੇ DSP ਜਿੱਥੇ SHO ਸਾਰੇ 14 ਬੰਦਿਆਂ ਦੇ ਛਾਪ ਤੇ ਪੁਲਿਸ ਵਾਲੇ ਕੇਸ ਦਰਜ ਹੋਏ। ਇਹ ਬੱਗੇ ਵਾਲਾ ਤੇ ਬਿਲਕੁਲ ਹੀ ਆਪਾਂ ਨੇ ਸਾਰਾ ਦੇਖਿਆ ਕਿ ਇਹਦੇ ਤੋਂ ਸਿੱਖਣ ਦੀ ਲੋੜ ਹੈ। ਉਦੋਂ ਪਹਿਲਾਂ ਵੀ ਤੁਸੀਂ ਦੇਖੋ ਕਿ ਕੁਮਾਰ ਵਿਸ਼ਵਾਸ ਹਲਕਾ ਲਾਂਬਾ ਉਹ ਦਿੱਲੀ ਦੇ ਆ, ਔਰ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਮੈਂਟ ਦਿੱਤੇ ਉਹ ਦਿੱਲੀ ਦੇ ਚੀਫ ਮਿਨਿਸਟਰ ਆ, ਤੇ ਰੋਪੜ ਵਿੱਚ ਕਾਹਦੀ FIR ਦਰਜ ਹੋਈ, ਕਾਹਦੇ ਦੀ ਹੋਈ? ਉਹ ਜਦੋਂ ਝਾੜ ਪਾ ਹੀ ਦਿੱਤੀ ਸੀਗੀ ਸਾਡੀ ਹਾਈ ਕੋਰਟ ਨੇ ਕਿ ਇਹ ਲਾਅ ਦਾ ਗਲਤ ਫਾਇਦਾ ਉਠਾਉਣ ਵਾਲੀ ਗੱਲ ਹੈ, ਇੰਜ ਨਾ ਕਰੋ। ਹੈਗਾ ਪ੍ਰੋਵੀਜ਼ਨ ਹੈਗਾ, ਪਰ ਇਹਦਾ ਮਿਸਯੂਜ਼ ਆਫ ਪਾਵਰ, ਮਿਸਯੂਜ਼ ਆਫ ਲਾਅ ਇਹ ਨਹੀਂ ਹੋਣਾ ਚਾਹੀਦਾ। ਉਹ ਤਸੇ ਖਿਲਾਣਾ ਚਾਹੀਦਾ, ਉਦੋਂ ਬਾਅਦ ਪੱਕੇ ਦਾ। ਤੇ ਮੈਂ ਇਹੀ ਗੱਲ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਸਰਕਾਰ ਚੁਣੀ ਹੈ। ਪੰਜਾਬ ਦੇ ਲੋਕਾਂ ਨੇ 2-2 ਸਰਕਾਰਾਂ ਨਹੀਂ ਚੁਣੀਆਂ ਤੇ 2-2 ਚੀਫ ਮਿਨਿਸਟਰ ਨਹੀਂ ਚੁਣੇ, ਤੇ 2-2 ਸਰਕਾਰਾਂ ਆਪਸੀ ਸਮਝੌਤਾ ਕਰਕੇ ਕੀ ਕਰ ਰਹੀਆਂ? ਪੰਜਾਬ ਨੂੰ ਕੀ ਦੇਣਾ ਚਾਹੁੰਦੀਆਂ? ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਲੋਕਾਂ ਨੇ ਰੌਲਾ ਪਾਇਆ ਕਿ ਸਾਡਾ ਚੀਫ ਮਿਨਿਸਟਰ ਉੱਥੇ ਚੌਕੀ ਕਿਉਂ ਭਰੂਗਾ ਕੇਜਰੀਵਾਲ ਦੀ, ਤਾਂ ਉਹਨਾਂ ਨੇ ਕਿਹਾ ਚੰਗਾ ਫਿਰ ਅਸੀਂ ਸਮਝੌਤਾ ਹੀ ਕਰ ਲੈਂਦੇ ਹਾਂ, ਜੀ ਸਾਈਨ ਹੋ ਗਿਆ। ਪੰਚਾਇਤਾਂ ਦੀ ਜਿੱਥੇ ਤੱਕ ਗੱਲ ਬੜੀ ਚਰਚਾ ਹੈਗੀ ਹੈ, ਮੈਂ ਇਹੀ ਗੱਲ ਕਹਿ ਕੇ ਆਪਣਾ ਬੰਦ ਕਰੂੰਗਾ। ਫਿਰ ਬਾਲ ਗਿਆ ਕਿ ਆਪਣੀ ਗੱਲ ਦੇ ਤੇਲ ਦੇ ਫੈਕਟ ਸਾਡੀ ਰੱਖਣਗੇ। ਉਹ ਇਹ ਹੈ ਕਿ ਇਹ ਗੱਲ ਤੇ ਚੰਗੀ ਹੈ। ਸ਼ੁਰੂ ਤੇ ਮੈਨੂੰ ਲੱਗਦਾ ਚੰਡੀਗੜ੍ਹ ਦੇ 4 ਚਫੇਰਿਓਂ ਜਿਹੜੀ ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਦੀ ਰਿਪੋਰਟ ਉੱਥੇ ਸ਼ੁਰੂ ਕਰ ਦੇਣਾ ਚਾਹੀਦਾ ਸੀ। ਇਹ ਕਰ ਰਹੇ ਆ ਕਦੀ ਹੋਰ ਸੱਜਿਓ ਖੱਬਿਓ। ਉਹਦੇ ਨਾਲ 1.5 ਲੱਖ ਕਰੋੜ ਦੀ ਜ਼ਮੀਨ ਹੈਗੀ ਹੈ ਜਸਟਿਸ ਕੁਲਦੀਪ ਸਿੰਘ ਦੇ ਜਿਹੜੇ ਰੇਟ ਹੈ, ਕਿਉਂਕਿ ਉਹਦੇ 'ਚ ਜੱਜ ਸਾਹਿਬਾਨ ਹੈਗੇ ਆ, ਰਿਟਾਇਰਡ ਵੀ ਹੈਗੇ ਆ, ਸਾਡੀ ਨੌਲੇਜ ਵੀ ਹੈ। ਉਹਦੇ ਵਿੱਚ ਵੱਡੇ ਵੱਡੇ ਪੁਲਿਸ ਦੇ ਅਫਸਰ ਹੈਗੇ ਆ, ਉਹਦੇ 'ਚ ਵੱਡੇ ਵੱਡੇ ਸਰਕਾਰੀ ਅਫਸਰ ਹੈਗੇ ਆ, ਉਹਦੇ 'ਚ ਵੱਡੇ ਵੱਡੇ ਪੋਲੀਟੀਸ਼ੀਅਨ ਹੈਗੇ ਆ। ਉੱਥੇ ਨਹੀਂ ਹੱਥ ਪਾਉਣਾ। ਉਹ ਜਾ ਕੇ ਕਿਤੇ ਕਿਸੇ ਦਾ 1 ਏਕੜ 2 ਏਕੜ 4 ਏਕੜ ਜ਼ਮੀਨਾਂ ਜਿਹੜੀਆਂ ਆ, ਬਹੁਤ ਇਹੋ ਜਿਹੀਆਂ ਜ਼ਮੀਨਾਂ ਵੀ ਆ ਜਿੱਥੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਗਰੀਬਾਂ ਨੇ ਘਰ ਪਾਏ ਹੋਏ ਆ। ਕਈਆਂ ਨੂੰ ਇਹ ਪਤਾ ਵੀ ਨਹੀਂ, ਗਲਤੀ ਨਾਲ ਕਿਸੇ ਨੇ ਖਰੀਦ ਲਈ 1 ਏਕੜ 2 ਏਕੜ। ਮੇਰਾ ਖਿਆਲ ਹੈ ਕਿ ਇਹ ਸਾਰਾ ਫਰਕ ਪਾਉਣਾ ਚਾਹੀਦਾ ਗੱਲ ਦਾ। ਜਿਨ੍ਹਾਂ ਲੋਕਾਂ ਨੇ ਅਸਰ ਰਸੂਖ ਵਾਲੇ ਲੋਕਾਂ ਨੇ ਵੱਡੇ ਪੱਧਰ ਤੇ ਜ਼ਮੀਨਾਂ ਤੇ ਕਬਜ਼ੇ ਕੀਤੇ, ਬਿਲਕੁਲ ਛਡਾਉਣੇ ਚਾਹੀਦੇ। 50,000 ਏਕੜ ਹੋਵੇ ਜਿਵੇਂ ਕਲੇਮ ਕੀਤਾ ਜਾ ਰਿਹਾ, ਜਾਂ ਲੱਖ ਏਕੜ ਹੋਵੇ, ਕਿਉਂਕਿ ਸਾਂਝੀ ਜ਼ਮੀਨ ਸਾਰੇ ਪਿੰਡ ਦੇ ਫਾਇਦੇ ਦੀ ਹੋਣੀ ਚਾਹੀਦੀ। ਪਰ ਇਹਦੇ ਨਾਂ ਤੇ ਜਿਵੇਂ ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਸੀ, ਤੇ ਉਹ ਫਿਰ ਰੌਲਾ ਪਿਆ ਸੀਗਾ ਕਿ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਹਟ ਜਾਓ। ਉਹ ਗੱਲ ਸਾਰਾ ਇਸ਼ੂ ਬਣ ਗਿਆ। ਹੁਣ ਜ਼ਮੀਨ ਦੀ ਜਦੋਂ ਹਰ ਇੱਕ ਦੀ ਜਿਹੜਾ ਵੀ ਹੁੰਦਾ ਉਹਦੇ ਤੇ ਅੱਖ ਹੈ, ਇਹ ਜ਼ਮੀਨ ਦਾ ਕੀ ਬਣੂ, ਕਿੱਧਰ ਨੂੰ ਜਾਊ, ਕੀ ਇਸਤੇਮਾਲ ਹੋਊ, ਉਹ ਤੇ ਸਾਨੂੰ ਨਹੀਂ ਪਤਾ। ਛਡਾ ਲਓ ਕੀ ਉਹਦਾ ਇਸਤੇਮਾਲ ਲੋਕਾਂ ਦੇ ਵੈਲਫੇਅਰ ਲਈ ਹੋਊ, ਕੀ ਗਰੀਬਾਂ ਲਈ ਘਰ ਬਣਾਏ ਜਾਣਗੇ, ਕੀ ਉੱਥੇ ਕੁਝ ਜਿਮ ਬਣਨਗੇ, ਕੀ ਉੱਥੇ ਕੋਈ ਨਵੇਂ ਵੱਡੇ ਸਕੂਲ ਬਣਨਗੇ, ਸੋਸ਼ਲ ਵੈਲਫੇਅਰ ਸਮਾਜ ਭਲਾਈ ਦੇ ਕੋਈ
ਕੇਂਦਰ ਬਣ ਕੇ ਕੀ ਹੋਊਗਾ, ਇਹ ਦੱਸਣਾ ਚਾਹੀਦਾ। ਇਹ ਸਾਰੀ ਗੱਲ ਮੈਂ ਕਹੂੰਗਾ ਕਿ ਮੈਂ ਇੰਨੀ ਗੱਲ ਕਹੂੰਗਾ ਕਿ ਇਹ ਠੀਕ ਹੈ ਜਿੱਥੇ ਦਾ ਆਪਰੇਸ਼ਨ ਹੈ, ਜ਼ਮੀਨਾਂ ਛੁੱਟਣੀਆਂ ਛੱਡਣੀਆਂ ਚਾਹੀਦੀਆਂ ਜੇ ਕਿਸੇ ਧਨਾਟਾ ਨੇ ਸਰਸੂਤੀ ਲੋਕਾਂ ਨੇ ਦੱਬੀਆਂ ਹੋਈਆਂ ਨਜਾਇਜ਼ ਤੌਰ 'ਤੇ ਦੱਬੀਆਂ ਕਰਵਾਉਣੀਆਂ ਚਾਹੀਦੀਆਂ, ਪਰ ਉਹਦੇ ਨਾਂ 'ਤੇ ਕੁਝ ਹੋਰ ਕਿਸਮ ਦੇ ਅਜਾੜੇ ਨਾ ਸ਼ੁਰੂ ਹੋ ਜਾਣ। ਪਹਿਲੇ ਇੱਥੇ ਵੀ ਇੱਕ ਦਿਨ ਇਹੋ ਜਿਹੇ ਲੋਕਾਂ ਦੀ ਮੀਟਿੰਗ ਹੋ ਕੇ ਹਟੀ ਹੈ। ਅਸੀਂ ਉਮੀਦ ਕਰਾਂਗੇ ਕਿ ਸਰਕਾਰ ਇੱਕੋ ਜਗ੍ਹਾ ਤੋਂ ਚੱਲੇ, ਚੰਡੀਗੜ੍ਹ ਤੋਂ ਚੱਲੇ। ਸਾਡਾ ਪੰਜਾਬ ਦੀ ਪੁਲਿਸ ਦਾ ਦਿੱਲੀ ਵਾਲੇ ਸਰਕਾਰ ਕੋਈ ਦੁਰ ਵਰਤੋਂ ਆਪਣੀਆਂ ਕਿਹੜਾ ਕੱਢਣ ਲਈ ਨਾ ਕਰ ਪਾਏ, ਔਰ ਜਿਹੜੇ ਵੀ ਵਾਅਦੇ ਕੀਤੇ ਆ ਲੋਕਾਂ ਨਾਲ, ਜਿਹੜੇ ਲਗਾਤਾਰ ਭਾਵੇਂ ਉਹ ਕਿਸਾਨ ਜਾਂ ਮਜ਼ਦੂਰ ਜਾਂ ਕਰਮਚਾਰੀ ਹੈ, ਉਹ ਛੇਤੀ ਤੋਂ ਛੇਤੀ ਪੈਸੇ ਪੂਰੇ ਹੋਣੇ ਚਾਹੀਦੇ ਆ। ਮੈਂ ਬਾਜਾ ਜੀ ਨੂੰ ਕਹੂੰਗਾ ਉਹ ਆਪਣਾ ਕਿਸੇ ਉਹ ਜਿਹੜਾ ਜ਼ਮੀਨਾਂ ਦਾ ਇਸ ਜ਼ਰੂਰ ਮੀਡੀਆ ਦਾ ਸ਼ੇਅਰ ਕਰ, ਪਤਾ ਲੱਗੂਗਾ ਕਿ ਇਹ ਸਰਕਾਰ ਦੀ ਕਮਾਲ ਕਰਨਾ ਚੱਲ। ਸਭ ਤੋਂ ਪਹਿਲਾਂ ਤਾਂ ਵੈਲਕਮ ਹੋਣੀ ਕਰ ਚੁੱਕੇ ਪਰ ਸਭ ਸਾਰੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ। ਪਰ ਸਭ ਤੁਸੀਂ ਗੱਲ ਰੱਖੀ। ਦੇਖੋ, 3 ਮੁੱਦੇ ਜੋ ਅੱਜ ਮੇਨ ਅਸੀਂ ਕਰ ਰਹੇ ਹਾਂ, ਉਹਨਾਂ 'ਚੋਂ ਸ਼ੁਰੂ ਕਰਨ ਤੋਂ ਪਹਿਲਾਂ ਕਿ ਮੈਂ ਅੱਧਾ ਮਿੰਟ ਤੁਹਾਨੂੰ ਦਊਂਗਾ। ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਸਰਕਾਰ, ਇਹ ਕਹਿ ਕੇ ਸਰਕਾਰ ਆਈ, ਕਾਮਨ ਪੀਪਲ ਦੀ ਸਰਕਾਰ, ਆਮ ਆਦਮੀ ਦੀ ਸਰਕਾਰ ਕਹਿ ਕੇ ਸਰਕਾਰ ਆਈ, ਪਰ ਅੱਜ ਸਰਕਾਰ 'ਚ ਜੋ ਦਿਖ ਰਿਹਾ ਹੈ ਉਹ ਹੋ ਨਹੀਂ ਰਿਹਾ। ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਨਹੀਂ ਦਿਖ ਰਿਹਾ ਉਹ ਦਿਖਾਉਣ ਵਾਸਤੇ ਇੱਥੇ ਬੈਠੇ ਹਾਂ, ਉਹ ਦੱਸਣ ਵਾਸਤੇ ਬੈਠੇ ਹਾਂ ਵੀ ਸਰਕਾਰ ਦਿਖਾ ਕੁਛ ਹੋ ਰਹੀ ਹੈ ਤੇ ਕਰ ਕੁਛ ਹੋ ਰਹੀ ਹੈ। ਜਿਵੇਂ ਜਦੋਂ ਨਵੇਂ ਕੰਮ ਸ਼ੁਰੂ ਕੀਤੇ, ਐਲਾਨ ਸ਼ੁਰੂ ਕੀਤੇ, ਰੇਹੜੀ ਫੜੀ ਵਾਲਾ ਮੁੱਦਾ ਉਹ ਕਾਮਨ ਆਮ ਲੋਕਾਂ ਦੇ ਖਿਲਾਫ, ਆ ਪੰਚਾਇਤੀ ਜ਼ਮੀਨਾਂ ਦੇ ਰੋਹਿਤ ਪ੍ਰੋਫੈਸਰ ਸਾਹਿਬ ਵੀ ਦੱਸ ਕੇ ਹਟੇ ਹੈ, ਉਹ ਆਮ ਲੋਕਾਂ ਦੇ ਖਿਲਾਫ ਜਿਨ੍ਹਾਂ ਦੇ ਵਿਚਾਰਿਆਂ ਨੇ ਇੱਕ ਅੱਧਾ ਕਮਰਾ ਪਾ ਲਿਆ, ਕਿਉਂਕਿ EWS ਦੇ ਜਿਹੜੇ ਕੋਟੇ ਦੇ ਜਾਂ SCBC ਕੋਟੇ ਦੇ ਪਲਾਟ ਹੁੰਦੇ, ਉਹ ਪਿੰਡ ਦਾ ਤੁਸੀਂ ਦੇਖਿਆ ਹੋਊਗਾ ਬਾਹਰ ਬਣੇ ਹੁੰਦੇ ਆ, ਕਿਤੇ ਜਾ ਕੇ ਉਹ ਬਾਹਰ 7-8 ਕਮਰੇ ਬਣੇ ਹੁੰਦੇ ਆ। ਉਹਦਾ ਇੱਕ ਤਰ੍ਹਾਂ ਦਾ ਇਹ ਹੁੰਦਾ ਕਿ ਜਿਵੇਂ ਉਹਨਾਂ ਨੂੰ ਪਿੰਡ ਤੋਂ ਛੇਕਿਆ ਹੋਵੇ, ਤੇ ਉੱਥੇ ਕੋਈ 90% ਉਹ ਘਰਾਂ 'ਚ ਕੋਈ ਰਹਿੰਦਾ ਵੀ ਨਹੀਂ ਹੈ। ਸੋ ਉਹ ਗਰੀਬਾਂ ਦੇ ਘਰ ਢਾਣ ਨੂੰ ਫਿਰਦੇ ਨੇ। ਹੁਣ ਜਿਹੜੀ ਪੰਚਾਇਤੀ ਜ਼ਮੀਨਾਂ ਤੇ ਆਪਣਾ ਉਹ ਹੋਏ ਨੇ, ਕੋਈ ਇੰਸਟੀਚਿਊਟ ਬਣ ਗਿਆ, ਮਤੇ ਪੈ ਕੇ ਕੁਝ ਬਣ ਗਿਆ, ਕਿ ਉਹ ਤੋੜੂਗੀ ਸਰਕਾਰ, ਹੁਣ ਕਿਆ ਉਹਨਾਂ ਦੇ ਕਬਜ਼ੇ ਲਊਗੀ ਸਰਕਾਰ। ਤੇ ਪੰਚਾਇਤੀ ਜ਼ਮੀਨਾਂ ਤੇ ਆਉਂਦੇ ਆ, ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਉਹ ਸਰਕਾਰ ਨੇ ਅਨਾਉਂਸ ਕੀਤਾ ਵੀ 1500 ਰੁਪਇਆ ਸੀ ਵੀ ਜਿਹੜਾ ਸਿੱਧੀ ਬਿਜਾਈ ਕਰੂਗਾ, ਤੇ ਝੋਨੇ ਦੀ ਤੇ 1500 ਰੁਪਏ ਦੇਵਾਂਗੇ। ਤੇ ਕੀ ਸਰਕਾਰ ਨੇ ਕਿਸਾਨ ਰੋਜ਼ ਧਰਨੇ ਲਾ ਰਹੇ ਨੇ ਗੁਲਾਬੀ ਸੁੰਡੀ ਵਾਲੇ ਮਾਮਲੇ 'ਚ, ਉਹ ਮੁਆਵਜ਼ੇ ਪੂਰੇ ਦਿੱਤੇ? ਉਹ ਮੁਆਵਜ਼ੇ ਨਹੀਂ ਦਿੱਤੇ ਗਏ। ਕੀ ਸਰਕਾਰ ਨੇ ਹੁਣ ਗੜੇਮਾਰੀ ਨਾਲ ਫਸਲਾਂ ਡੈਮੇਜ ਹੋਈਆਂ ਉਹਦੇ ਮੁਆਵਜ਼ੇ ਦਿੱਤੇ? ਉਹ ਸਰਕਾਰ ਨੇ ਨਹੀਂ ਦਿੱਤੇ। ਕੀ ਸਰਕਾਰ ਨੇ ਜਿਹੜਾ ਘੱਟ ਹੋਇਆ, ਜਿਹੜਾ ਇਸ ਵਾਰੀ ਝਾੜ, ਉਹਦੇ ਪੈਸੇ ਦਿੱਤੇ? ਕੱਲ ਵੀ ਉਗਰਾਹਾਂ ਸਾਹਿਬ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰਕੇ ਗਏ ਹੈ, ਰਾਜੇਵਾਲ ਸਾਹਿਬ ਨੇ ਕਿਹਾ ਵੀ 10,000 ਘੱਟੋ ਘੱਟ ਐਕਸਗ੍ਰੇਸ਼ੀਆ ਅਮਾਉਂਟ ਲੈਣਾ ਚਾਹੀਦਾ ਜਿਹੜਾ ਝਾੜ ਘੱਟ ਹੋਇਆ। ਤੇ ਕੀ ਸਰਕਾਰ ਨੇ ਉਹ ਦੇ ਦਿੱਤਾ? ਤੇ ਸਰਕਾਰ ਸਿਰਫ ਦਿਖਾ ਡਰਾਮੇ ਰਹੀ ਹੈ ਤੇ ਧਰਾਤਲ ਤੇ ਕੁਝ ਨਹੀਂ ਕਰ ਰਹੀ। ਇੱਕ ਹੋਰ ਸ਼ਗੂਫਾ ਛੱਡਿਆ, ਕਹਿੰਦੇ ਅਸੀਂ ਆਪਣੇ ਅਧਿਆਪਕਾਂ ਨੂੰ ਬਾਹਰ ਫੋਰਨ ਭੇਜਣਾ ਹੈ। ਜਿਹੜੇ ਅਧਿਆਪਕਾਂ ਨੂੰ 6-6 ਹਜ਼ਾਰ ਤਨਖਾਹ ਮਿਲ ਰਹੀਆਂ, ਜਿਹੜੇ ਵਿਚਾਰੇ ਆਪਣੇ ਘਰ ਤੇ ਲੈ ਕੇ ਸਕੂਲ ਤੇ ਆਉਣ ਤੱਕ ਦਾ ਖਰਚਾ 6,000 'ਚ ਪੂਰਾ ਕਰ ਦਿੰਦੇ ਆ, ਸਿਰਫ ਇਸ ਚੱਕਰ 'ਚ ਵੀ ਸ਼ਾਇਦ ਕੱਲ੍ਹ ਨੂੰ ਪੱਕੇ ਹੋ ਜਾਣਗੇ, ਤਨਖਾਹ ਵੱਧੂਗੀ ਕਿ ਉਹਨਾਂ ਦੀ ਤਨਖਾਹ ਵਧਾ ਦੀਆਂ। ਉਹ ਪਹਿਲਾਂ ਉਹਨਾਂ ਨੂੰ ਸਕੂਲ ਤੱਕ ਜਾਣ ਜੋਗਾ ਤਾਂ ਕਰ ਲਓ, ਫੋਰਨ ਫਿਰ ਭੇਜ ਦਿਓ। ਉਸ ਤੋਂ ਬਾਅਦ 200 ਯੂਨਿਟ ਤੁਸੀਂ ਦੇਖ ਲਿਆ। ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜੇ ਲੋਕ, ਸਾਰੇ ਪੰਜਾਬੀ ਨੇ, ਜਿਹੜੇ ਲੋਕ ਫ੍ਰੀ ਦੇ ਇਲਾਜ 'ਚ ਵੋਟਾਂ ਪਾ ਕੇ ਬਿਜਲੀ ਫ੍ਰੀ ਮਿਲੂਗੀ, ਦਿੱਲੀ ਦਾ ਹਾਲ ਤੁਸੀਂ ਦੇਖ ਲਓ। ਪਹਿਲਾਂ ਤੁਹਾਨੂੰ ਫ੍ਰੀ ਬਿਜਲੀ ਦਾ ਲਾਲਚ ਦੇ ਕੇ ਦਿੱਲੀ 'ਚ ਲੋਕਾਂ ਨੂੰ 200 ਯੂਨਿਟ ਉਹਨਾਂ ਨੂੰ ਉਹ ਮੁਫਤ ਦਾ ਲਾਲਚ ਪਾ ਕੇ ਭਰਵਾਇਆ, ਤੇ ਹੁਣ ਮੈਂ ਤਾਂ ਸਿੱਧੇ ਤੌਰ ਤੇ ਕਹੂੰਗਾ ਉਹਨਾਂ ਨੇ ਹੱਥ 'ਚ ਬਾਟਾ ਦੇ ਦਿਆ ਕਿ ਬਈ ਜਿਹਨੇ ਹੁਣ ਫ੍ਰੀ ਬਿਜਲੀ ਲੈਣੀ ਹੈ 1 ਅਕਤੂਬਰ ਤੋਂ, ਉਹ ਬਾਟਾ ਲੈ ਕੇ ਸਰਕਾਰ ਕੋਲ ਜਾਵੇ ਔਰ ਕਹੇ ਸਰਕਾਰ ਜੀ ਸਾਨੂੰ ਫ੍ਰੀ ਬਿਜਲੀ ਦੇ ਦਿਓ, ਸਾਨੂੰ ਲੋੜ ਹੈ। ਮੰਗਤੇ ਬਣਾਤੇ ਦਿੱਲੀ ਵਾਲੇ। ਉਹੀ ਮੈਨੂੰ ਲੱਗਦਾ ਜੁਲਾਈ 'ਚ ਆਉਂਦੇ ਜੋ ਸਾਨੂੰ ਖਰਚਾ ਸੀਗਾ ਜਦ ਨੋਟੀਫਿਕੇਸ਼ਨ ਹੋਣੀ ਹੈ, ਉਹੀ ਹਾਲ ਪੰਜਾਬ ਨਾਲ ਹੋਣਾ ਹੈ। ਆ ਕਹਿਣਾ ਪੰਜਾਬੀ ਨਾਲ ਬਾਟਾ ਫੜ ਕੇ ਜਿਹੜਾ ਸਾਡੇ ਕੋਲ ਆਊਗਾ ਤੇ ਅਸੀਂ ਉਹਨੂੰ ਬਿਜਲੀ ਫ੍ਰੀ ਦੇਵਾਂਗੇ, ਅਦਰਵਾਈਜ਼ ਨਹੀਂ ਕਰਦੇ। ਹੁਣ ਆਈ ਆਪਾਂ ਮੇਨ ਮੁੱਦਿਆਂ ਤੇ ਵੀ ਇਹ ਸਰਕਾਰ ਮੈਂ ਤੁਹਾਨੂੰ ਦੱਸਿਆ ਕਿਵੇਂ ਆਮ ਲੋਕਾਂ ਦੀ ਨਹੀਂ ਹੈ। ਬੱਗੇ ਵਾਲਾ ਮੁੱਦਾ ਜਿਹੜਾ ਪਹਿਲਾ ਪੁਆਇੰਟ ਸੀਗਾ, ਜਾਂ ਝੂਠੀ FIR ਜਿਹੜੀਆਂ, ਦੇਖੋ ਇੱਕ ਸਿੰਪਲ ਜਿਹਾ ਕਾਨੂੰਨ ਦਾ ਰੂਲ ਹੈ ਕਿ ਮੈਂ ਚੰਡੀਗੜ੍ਹ ਰਹਿੰਦਾ ਹੈ,
ਸਿਰਫ ਤੁਹਾਡੇ 'ਚ ਕੋਈ ਵੀਰ ਚੰਡੀਗੜ੍ਹ ਰਹਿੰਦਾ ਹੈ, ਮੈਂ ਕਿਸੇ ਬਾਰੇ ਗਲਤ ਬੋਲਦਿਆ ਤਾਂ ਉਹ ਬੰਦਾ ਚੰਡੀਗੜ੍ਹ ਤੇ ਮੇਰੇ ਖਿਲਾਫ ਕੰਪਲੇਂਟ ਕਰ ਦੇਗਾ। ਇਹਨਾਂ ਕੇਸਾਂ 'ਚ ਕੰਪਲੇਨੈਂਟ ਕੌਣ ਹੈ? ਇਹਨਾਂ ਕੇਸਾਂ 'ਚ ਕੰਪਲੇਨੈਂਟ ਜਿਹਦੇ ਖਿਲਾਫ ਬੋਲਿਆ ਗਿਆ, ਮੁੱਖ ਮੰਤਰੀ, ਮਾਨਯੋਗ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ, ਉਹ ਨਹੀਂ ਕੰਪਲੇਨੈਂਟ ਨੇ। ਕੰਪਲੇਨੈਂਟ ਕੋਈ ਚੇਲੇ ਵਾਲ ਕੇ ਨੇ, ਜਿਹੜੇ ਕਿ ਕੋਈ ਚੇਅਰਮੈਨੀਆਂ ਭਾਲਦਾ ਫਿਰਦਾ ਹੋਣਾ, ਕੋਈ ਹੋਰ ਅਹੁਦੇ ਭਾਲਦਾ ਫਿਰਦਾ ਹੋਣਾ ਵੀ ਮੈਂ ਨੰਬਰ ਬਣਾ ਲਵਾਂ, ਕੰਪਲੇਂਟ ਪਾ ਦੇਵਾਂ, ਸਰਕਾਰ ਨੇ ਕਹਿੰਦਾ ਥਾਪੀ ਦੇਵਾਂਗੇ, ਚੇਅਰਮੈਨ ਬਣਾ ਦਾਂਗੇ, ਪਾਓ ਕੰਪਲੇਂਟ ਚੱਕ ਲਈ ਅਸੀਂ। ਪਰ ਉਹਦਾ ਨੁਕਸਾਨ ਕਿਹਨੂੰ ਹੋਇਆ? ਉਹਦਾ ਨੁਕਸਾਨ ਹੋਇਆ ਪੰਜਾਬ ਨੂੰ, ਕਿਉਂਕਿ ਕੰਪਲੇਂਟ ਕਰਨ ਵਾਲਾ ਇਹ ਪੰਜਾਬੀ ਸੀ, ਪਰ ਜਿਹਦੇ ਕਰਕੇ ਕੰਪਲੇਂਟ ਹੋਈ ਉਹ ਦਿੱਲੀ ਦਾ ਰਹਿਣ ਵਾਲਾ ਸੀ। ਜਿਨ੍ਹਾਂ ਨੇ ਕੰਪਲੇਂਟਾਂ ਕੀਤੀਆਂ ਉਹ ਪੰਜਾਬ ਤੋਂ ਬਾਹਰ ਦੇ ਸੀ। ਹੁਣ ਸਾਡੀ ਹਿਊਮਿਲੇਸ਼ਨ ਕਿਵੇਂ ਹੋਈ? ਕਾਨੂੰਨ ਆਪਣਾ ਕੰਮ ਕਰਦਾ, ਆਪਣੇ ਤਰੀਕੇ ਨਾਲ ਚੱਲਦਾ, ਤਾਂ ਸਾਨੂੰ ਇਹ ਨਮੋਸ਼ੀ ਦਾ ਨਹੀਂ ਝੇਲਣਾ ਪੈਂਦਾ ਜੋ ਸਾਡੀ ਵਧੀਆ ਪੰਜਾਬ ਨੂੰ, ਬਹਾਦਰ ਪੰਜਾਬ ਪੁਲਿਸ ਨੂੰ ਝੇਲਣਾ ਪਿਆ। ਇੱਕ ਪੰਜਾਬ ਤੇ ਦਾਗ ਲੱਗਿਆ, 3 ਪਰਚੇ ਪੁਲਿਸ ਤੇ ਹੋ ਗਏ, ਇਹ ਵੀ ਇਤਿਹਾਸ 'ਚ ਕਦੀ ਨਹੀਂ ਹੋਇਆ ਹੋਊਗਾ। 6 ਤਰੀਕ ਨੂੰ ਪੁਲਿਸ ਜਾਂਦੀ ਅਰੈਸਟ ਕਰਨ ਵਾਸਤੇ, ਚੱਕਦੀ ਹੈ। ਹੁਣ ਪੁਲਿਸ ਕਹਿੰਦੀ ਅਸੀਂ ਇਨਫੋਰਮ ਕੀਤਾ, ਅਸੀਂ ਦਿੱਲੀ ਵਾਲੇ ਕਹਿੰਦੇ ਇਨਫੋਰਮ ਨਹੀਂ ਕੀਤਾ। ਤੁਸੀਂ ਸਾਰਾ ਐਪੀਸੋਡ ਦੇਖੇ, ਬਾਰ-ਬਾਰ ਰਿਪੀਟ ਕਰਨ ਦੀ ਲੋੜ ਨਹੀਂ। ਹਰਿਆਣਾ ਜਾਂਦੇ ਨੇ, ਦਿੱਲੀ ਪੁਲਿਸ ਪਰਚਾ ਦਰਜ ਕਰਦੀ ਹੈ, ਸਰਚ ਵਾਰੰਟ ਦਿੰਦੀ ਹੈ, ਹਰਿਆਣੇ ਵਾਲੇ ਸਪੁਰਦ ਕਰ ਦਿੰਦੇ ਆ। 7 ਤਰੀਕ ਨੂੰ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਉਹ ਕੋਰਟ 'ਚ ਜਾ ਕੇ ਅਰੈਸਟ ਵਾਰੰਟ ਦਿੰਦੀ ਹੈ। ਤੁਸੀਂ ਟਵਿੱਟਰ ਅਕਾਊਂਟ ਚੱਕ ਲਓ ਆਤਿਸ਼ੀ ਦੇ, ਸੌਰਵ ਭਾਰਦਵਾਜ ਦੇ। ਸੌਰਵ ਭਾਰਦਵਾਜ ਵੀ ਬਹੁਤ ਪੜ੍ਹਿਆ ਲਿਖਿਆ ਇਨਸਾਨ ਹੈ, ਆਤਿਸ਼ੀ ਆਕਸਫੋਰਡ ਦੀ ਪੜ੍ਹੀ ਹੋਈ ਹੈ। ਆਮ ਆਦਮੀ ਪਾਰਟੀ ਦੇ ਪੜ੍ਹੇ ਹੋਏ ਲੋਕਾਂ ਦੇ ਹਾਲਾਤ ਉਹ ਟਵਿੱਟਰ 'ਤੇ ਲਾਏ ਜਾਣਗੇ। ਉਹਨਾਂ ਨੇ ਕੀ ਲਿਖਿਆ? ਉਹਨਾਂ ਨੇ ਲਿਖਿਆ अनपढ़ जाहिल, ऑर्डर पा के 7 तरीक का लिखा, अनपढ़ जाहिल ये पढ़ लें कि बग्गा के खिलाफ अरेस्ट वारंट है। खैर मैं भी एक तरह रिप्लाई करते कि मैडम जी तरीक पढ़ लो, 7 तरीक है ये। तुसीं जलूस पंजाब का 6 ਨੂੰ कढ़ा चुके हो, ਜਿਹੜਾ ਕੰਮ ਤੁਹਾਨੂੰ 5 ਤਰੀਕ ਨਾਲ 6 ਨੂੰ ਕਰਨਾ ਚਾਹੀਦਾ, ਤੁਸੀਂ 7 ਨੂੰ ਕੀਤਾ। ਇਹ ਤਾਂ ਲੈਂਗੁਏਜ ਜਿਹੜੇ ਦੂਜਿਆਂ ਨੂੰ ਗੁੰਡੇ ਕਹਿੰਦੇ ਆ, ਅਨਪੜ੍ਹ ਕਹਿੰਦੇ, ਜਾਹਿਲ ਕਹਿੰਦੇ, ਇਹ ਅਨਪੜ੍ਹ ਜਾਹਿਲਾਂ ਵਾਲੀ ਲੈਂਗੁਏਜ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੀ ਹੁੰਦੀ ਹੈ। ਤੇ ਫਿਰ ਜਿਹੜਾ ਵਾਰੰਟ ਲਿੱਤਾ ਵੀ ਗਿਆ ਉਸ ਤੇ ਆਨਰੇਬਲ ਹਾਈ ਕੋਰਟ ਨੇ ਸਟੇ ਲਾ ਦਿੱਤੀ। ਇੱਕ ਵੱਡੀ ਹਿਊਮਿਲੇਸ਼ਨ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਸਿਰਫ ਇੱਕ ਦਿੱਲੀ ਦੇ ਤਾਨਾਸ਼ਾਹ ਦਾ ਹੁਕਮ ਪਗਾਉਣ ਵਾਸਤੇ ਕੀਤੀ ਗਈ। ਹੁਣ ਆ ਜੀ ਅੱਗੇ ਪੰਚਾਇਤੀ ਜ਼ਮੀਨ ਦਾ ਜਿਹੜਾ ਦੂਜਾ ਮੁੱਦਾ, ਮੁੱਖ ਤੇ ਮੇਨ ਮੁੱਦਾ ਇੱਕ ਇਹ ਵੀ ਹੈ ਤੇ ਇੱਕ ਬਾਰਡਰ ਵਾਲਾ। देखो प्रोफेसर साहब ने मुफ्ती दस ही दिता, अज तक सरकार ये क्लीयर नहीं कर सकी, जिवें चीमा साहब साडे फाइनैंस मानयोग फाइनैंस मिनिस्टर ये क्लीयर नहीं कर सके कि लोगों को बजट किवें बनना है पुछण तां गए, पर उन्होंने जेब च पैसे किन्ने है। हुण मैनूं जे पुछण आंदे कि मैं बजट बनाना जी, वाले साहब दसो क्या पाइए, मैं उन्होंने कहता जी मैं तो पनीर लेना, पनीर की सब्जी खाऊंगा, खिला दोगे? पैसे उन्होंने को आलू खरीदण जोगे ना होण तां मैनूं पनीर की सब्जी किवें खिला देणगे? तां जद लोकां नूं ये नहीं पता कि सरकार कोल पैसा कितना है, और राय किवें दे देणगे। यही है, दिखा कुछ हो रहे हैं ते कर कुछ हो रहे हैं। सेम उस तरह साडे मानयोग पंचायत मंत्री साहब माझे दे रहण वाले ने, माझे तो MLA ने, पर माझे च नहीं पढ़ रहे। मालवे नूं मोढे ते रख के परना चक के हत्थ फड़ के डांग मालवे वाल नूं होए होए ने कि असीं पंचायती जमीनां छड़ाणियां ने। जे प्रोफेसर साहब ने कहा कि जस्टिस कुलदीप सिंह की रिपोर्ट ही शायद पढ़ लेंदे, ये मेरे को सब कमेटी की रिपोर्ट है पंजाब सरकार की, जिस सिद्धू साहब के होर कई मंत्री उन्होंने रिपोर्ट बनाई सी नजायज कब्जा की। इस जस्टिस रणजीत सिंह की रिपोर्ट का भी हवाला है। जस्टिस रणजीत सिंह की रिपोर्ट मेरे को भी पई है, मेरे फोन के पई है। जे सिर्फ और सिर्फ चंडीगढ़ पैरीफेरी की जमीन में हथ पाया जाए ਤਾਂ ਇਹਨਾਂ ਨੂੰ ਰੋਜ਼ ਲੋਕਾਂ 'ਚ ਜਾ ਕੇ ਗਰੀਬਾਂ ਦੀ, ਨੋ ਡਾਊਟ ਜਿਹੜੇ ਪੋਲੀਟੀਸ਼ੀਅਨ ਜ਼ਮੀਨ ਛਡਾਓ ਅਸੀਂ ਨਾਲ ਹੈ, ਪਰ ਜਿਵੇਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਜਿਹੜੇ ਵਿਚਾਰੇ ਗਰੀਬ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਮੈਂ ਆਹ 1.5 ਕਿੱਲਾ ਖਰੀਦ ਲਿਆ ਆਪਣੀ ਕਲਟੀਵੇਸ਼ਨ ਵਾਸਤੇ, ਆਪਣੀ ਖੇਤੀ ਵਾਸਤੇ, ਉਹਨੂੰ ਪਤਾ ਹੀ ਨਹੀਂ ਪੰਚਾਇਤ ਦੀ ਜ਼ਮੀਨ ਖਰੀਦਣਾ ਲੀਗਲ ਹੈ ਇਲੀਗਲ ਹੈ, ਤੇ ਉਹਦੇ ਨਾਲ ਧੱਕਾ ਸਰਕਾਰ ਕਰ ਰਹੀ ਹੈ। ਇਹਨਾਂ ਨੂੰ ਹੱਥ ਕਿਉਂ ਨਹੀਂ ਪਾ ਰਹੀ? ਕਿਉਂਕਿ ਸਰਕਾਰ ਨੇ ਕੱਲ੍ਹ ਨੂੰ ਇਹਨਾਂ ਨਾਲੇ ਰਲ ਕੇ ਇਹ ਵੱਡਾ ਖੇਲ ਜੋ ਦਿਖਾ ਕੁਛ ਹੋਰ ਰਹੇ ਤੇ ਕਰਨਗੇ ਕੁਛ ਹੋਰ, ਉਹ ਮੈਂ ਅੱਗੇ ਦੱਸੂਗਾ करना है। मैं सीधे तौर पर मुख्य मंत्री साहब ने कल भी अपील की थी कि अज WhatsApp नंबर भी जारी करना है। जे प्रेस कॉन्फ्रेंस होंदे होंदे WhatsApp नंबर जारी हो गया तो ये कागजां ते कंप्लेंट के नाल मैं WhatsApp नंबर पर कंप्लेंट फाइल करूँगा कि मुख्य मंत्री साहब अपने पंचायत मंत्री साहब की इंक्वायरी कराओ, अपने पंचायत डिपार्टमेंट की इंक्वायरी कराओ
कि थोड़े रहिंदियां पंचायती जमीन मता पा के करोड़ां की जमीन लखां च किवें विक गई, गजां की जमीन एकड़ां च किवें विक गई। इसदा जवाब मुख मंत्री साहब नूं, पंचायत मंत्री साहब नूं ये देना पैना। ते पहली कंप्लेंट असीं फाइल करांगे, नंबर लॉन्च करन, असीं उम्मीद वेट कर रहे हैं उन्होंने नंबर लॉन्च करन दी। ये जमीन है जी भगतपुरा पिंड है अंबरसर डिस्ट्रिक्ट दे विच। उत्थे कलोनी है एक, नो डाउट 2016 तो कॉलोनाइजर ने शुरू किया भी हमें जमीन नूं किसी तरीके नाल अपने हत्थ च ले ला, पर कामयाब नहीं हो सके। पर जिवें ही सरकार आई, नवीं सरकार आई, उन्होंने 19 दिन से बिल्डर साहब को कामयाब कर दिया ते पंचायती जमीन उन्होंने हवाले कर दी। ये जी जिहड़ी भगतपुरा पिंड की जमीन है, पंचायती जमीन है जी, 32 कनाल 16 मरले, तकरीबन 4.25 किले की जमीन है। ये जमीन जी जिहड़ा उत्थे अल्फा इंटरनैशनल सिटी अमृतसर उसकी जमीन है। 1/4/2022 का सरपंच साहब नूं BDPO का चिट्ठी है एक, जिस 15 दिन का पंचायत मंत्री साहब के अपने डिपार्टमेंट डायरैक्टर पंचायत ने चिट्ठी का हवाला है कि ये जमीन जी हैगी है ये फलाने बिल्डर नूं इस रेट पर बेची जाए। कोई इस जिमें बार बार कहने ग्राम सभा बुलावांगे, 26 जून में बुलाने जा रहे हैं, ग्राम सभा करांगे, पिंड डिसाइड करूँगा की करांगे। इत्थे तां कोई ग्राम सभा नहीं बुलाई गई, इत्थे सीधा ही उपरों हुक्म आया मंत्री साहब के डिपार्टमेंट तो। कितनी तरीक दी है जी ये हैगी है जी चिट्ठी 1/4/2022 की BDPO साहब ने भेजी, जी पंचायत नूं भेजी पिंड की। फिर जी 8/4/2022 2016 तो लेके जिहड़ा काम स्पीड नहीं होया वो दिनां च होण लग गया। 8/4/2022 नूं पिंड की पंचायत जिहड़ी है एक रेजोल्यूशन बनती है, उस पंच सरपंच जिहड़े हैं, कोई ग्राम सभा नहीं होती। मैं दोबारा रिपीट कर रहा, जिहड़ा सानूं खदशा है कि जिहड़े देखो असीं फसलों की लड़ाई लड़ी अपनी, किते अंबानियां अदानियां कोल साडी फसलां ना चलियां जाण, असीं भुੱਖੇ मर जाएंगे। पंजाब नूं मैं दसना चाहना हुण अगे जमीनां की लड़ाई शुरू होने वाली है। पूरे पंजाब में एकजुट होकर जमीन की लड़ाई लड़नी पैनी, क्योंकि सरकार नहीं दस रही कि पंचायती जमीन छड़ा तो रहे हैं, रोड मैप की है, वह करना की है, वो बारे सरकार ने अज तक एक बार भी क्लीयर नहीं किया। मैं तो कहना जो पिंड पंचायत की जमीन छड़ान जान तो उत्थे पहले एक बार मंत्री साहब को पूछना तुसीं जमीन का हुण करोगे की, दसो पहला तो असीं छड्डण नूं तैयार। उस तो बाद ये मता पै गया जी कि 43 लाख रुपए किले के हिसाब नाल ये जमीन जिहड़ी हैगी है ये बिल्डर नूं बेच दित्ती जाए। सरकार काली सी तां उन्होंने 8 दिन से सारा काम कर दिया, पर बिल्डर नूं कोई काली नहीं सी। बिल्डर ने 11 दिन लिते, 19/4/2022 में इस जमीन की रजिस्ट्री हो जाती। जो सरपंच साहब ने उत्थे दे लेडी ने उन्होंने इसकी रजिस्ट्री करवाती, बिल्डर साहब ने रजिस्ट्री करवा ली, कर ली। ते हुण अगे आंदा असली खेल कि यह जमीन एग्रीकल्चर सीगी, कि यह एग्रीकल्चर रेट पे बेची जा सकती सीगी, क्या वाकई यह रेट जमीन का है। एक मेरे को बयाना आया, मैं पहला दस देना चाहना है कि सारी खेल का पर्दाफाश जो किया ये साडे साथी जो सुखजिंदर सिंह माहू लोक राज लहर पंजाब के प्रधान ने ते सिख समाज मोर्चा के अमृतसर ईस्ट तो कैंडीडेट भी रहे हैं। उन्होंने अपना पिंड है ते उन्होंने मामा जी की डेथ हो गई, इस करके वो आ नहीं सके, उन्होंने आना सीगा, कल शाम ने हुई है। उन्होंने सारा RTA थ्रू सारा लीगल डॉक्यूमेंट्स लिखे ने। तो हुण आयो तुसीं बयाना सेम बिल्डर एक गुरमाज सिंह दे नाल उसी कलोनी दे विच जो एग्रीकल्चर लैंड होती थी 2010 20/4/2010 एक बयाना होंदा है 70,73,000 प्रति किला के हिसाब से एग्रीकल्चर लैंड का बयाना होता है। तो जी जमीन 2010 च 70,73,000 की सी, जबकि एक चीज नोट करने वाली है, सरकार जब भी जमीन बेचती है उन्होंने 3 गुणा रेट ला के बेचती है। मतलब 43 लाख भी जो रेट 3 गुणा होया है, इसका एक्चुअल रेट मतलब 14 लाख के करीब रह गया।
ਤੇ ਜਿਹੜੀ 70 ਲੱਖ ਦੀ ਜ਼ਮੀਨ 2010 ਦੀ ਕਿਆ 2022 ਚ ਆਉਂਦੇ ਆਉਂਦੇ ਘਟ ਗਈ, ਉਹਦਾ ਰੇਟ ਡਾਊਨ ਹੋ ਗਿਆ। ਉਹ ਵੀ ਰੈਗੂਲੇਸ਼ਨ ਕਲੋਨੀ ਦਾ ਇਹ ਬਿਆਨਾਂ ਨਾਲ ਹੈ ਜੀ, ਜਿਹੜਾ ਕਿ ਸਬੂਤ ਦਿੰਦਾ ਹੈ ਕਿ ਜ਼ਮੀਨ ਕਿਵੇਂ ਆਉਣੇ ਪੈਣੇ ਰੇਟਾਂ 'ਚ ਵੇਚੀ ਗਈ। ਉਸ ਤੋਂ ਬਾਅਦ ਇੱਕ ਸਰਕਾਰੀ ਕਾਗਜ਼, ਕੱਲ ਨੂੰ ਕੋਈ ਕਹਦੇ ਉੱਠ ਕੇ ਜੀ ਵੀ ਇਹ ਤਾਂ ਬਿਆਨੇ ਬਣ ਜਾਂਦੇ ਹੁੰਦੇ ਆ, ਕਾਗਜ਼ ਨਿਕਲ ਜਾਂਦੇ ਹੁੰਦੇ ਆ, ਇਹ ਜੀ ਰਜਿਸਟਰਾਰ, ਤਹਿਸੀਲਦਾਰ ਸਾਹਿਬ, ਐਸਡੀਐਮ ਸਾਹਿਬ ਤੇ ਡੀਸੀ ਹੁੰਦੇ ਕਲੈਕਟਰ ਸਾਹਿਬ, ਚਾਰਾਂ ਦਾ ਸਾਈਨ ਡਾਕੂਮੈਂਟ ਜਿਸ 'ਚ ਰੇਟ ਫਿਕਸ ਕੀਤਾ ਹੋਇਆ ਕਿ ਵੀ ਇਸ ਏਰੀਏ ਦੀ ਕਿਹੜੇ ਏਰੀਏ ਦੀ ਜ਼ਮੀਨ ਦਾ ਐਗਰੀਕਲਚਰ ਦਾ ਇਹ ਰੇਟ ਹੋਊਗਾ, ਰੈਜ਼ੀਡੈਂਸ਼ੀਅਲ ਦਾ ਰੇਟ ਹੋਊਗਾ ਤੇ ਕਮਰਸ਼ੀਅਲ ਦਾ ਰੇਟ। ਤੇ ਜੇ ਆਪਾਂ ਕਾਰਨਰ ਤੇ ਜਾਈਏ, ਅਲਫਾ ਇੰਟਰਨੈਸ਼ਨਲ ਸਿਟੀ ਜਿਹੜੀ ਅੰਮ੍ਰਿਤਸਰ ਹੈਗੀ ਹੈ, ਜਿਹੜੀ ਇਹ ਪਿੰਡ ਦੀ ਅਲਫਾ ਇੰਟਰਨੈਸ਼ਨਲ ਸਿਟੀ ਹੈ, ਇਹਦਾ 2020 ਤੇ 21 ਦਾ ਰੇਟ ਸੀਗਾ 5,663 ਰੁਪਏ 5 ਪੈਸੇ ਪਰ ਸਕੁਅਰ ਯਾਰਡ ਗਜਾਂ 'ਚ, ਤੇ ਕਮਰਸ਼ੀਅਲ ਦਾ ਸੀਗਾ 13,081.5 ਪਰ ਸਕੁਅਰ ਯਾਰਡ 2020 ਦਾ। ਪਰ ਕੋਵਿਡ ਰੇਟ 2021-22 ਦਾ ਹੈਗਾ ਜਿਹੜਾ ਹੁਣ ਹੈ, ਉਹ ਹੈਗਾ 5600 ਪਰ ਸਕੁਅਰ ਯਾਰਡ ਤੇ 14,000 ਕਮਰਸ਼ੀਅਲ। ਔਰ ਹੈਰਾਨੀ ਦੀ ਗੱਲ ਹੈ, ਜਿਹੜੀ ਸਾਡੀ ਮਾਨਯੋਗ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਛਡਾਉਣ ਵਾਲੀ ਸਰਕਾਰ ਨੇ, ਪੰਚਾਇਤੀ ਮੰਤਰੀ ਜਿਹੜੇ ਮਾਲਵੇ 'ਚ ਭੱਜੇ ਫਿਰਦੇ ਨੇ ਮਾਝਾ ਛੱਡ ਕੇ, ਉਹਨਾਂ ਨੇ ਆਪਣੇ ਘਰ ਤੇ ਮਹਿਜ 39 ਕਿਲੋਮੀਟਰ ਤੇ ਇਸ ਕਾਲਮ 'ਚ ਇਸ ਏਰੀਏ ਦੀ ਲੈਂਡ 'ਚ ਐਗਰੀਕਲਚਰ ਦਾ ਰੇਟ ਹੈ ਹੀ ਨਹੀਂ ਐਪਲੀਕੇਬਲ। ਇੱਥੇ ਸਿਰਫ ਔਰ ਸਿਰਫ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਰੇਟ ਲੱਗਦਾ ਹੈ। ਜੇ ਆਪਾਂ ਰੈਜ਼ੀਡੈਂਸ਼ੀਅਲ ਰੇਟ ਵੀ ਲਾਈਏ ਤੇ 3.25 ਕਰੋੜ ਰੁਪਈਆ ਕਿੱਲਾ ਇਸ ਜ਼ਮੀਨ ਦਾ ਬਣਦਾ ਹੈ, ਜਿਹੜਾ 43 ਲੱਖ ਰੁਪਏ ਕਿੱਲੇ ਨੂੰ ਵੇਚਿਆ ਗਿਆ। ਸੋ ਇਹੀ ਅਸੀਂ ਸਰਕਾਰ ਨੂੰ ਪੁੱਛਦੇ ਹਾਂ ਤੇ ਇਹ ਲੋਕਾਂ ਨੂੰ ਕਹਿੰਦੇ ਆ, ਅੱਜ ਇੱਕ ਮੁਹਿੰਮ ਵੀ ਸ਼ੁਰੂ ਕਰਾਂਗੇ, ਐਂਡ 'ਚ ਦੱਸਾਂਗੇ। ਇਹੀ ਲੋਕਾਂ ਨੂੰ ਕਹਿੰਦੇ ਸਰਕਾਰ ਨੂੰ ਪੁੱਛਣ, ਤੁਸੀਂ ਇਹ ਪੰਚਾਇਤੀ ਜ਼ਮੀਨਾਂ ਦਾ ਕਰੋਗੇ ਕੀ? ਤੁਸੀਂ ਨਾ ਤਾਂ ਸਿਆਸੀ ਲੀਡਰਾਂ ਤੋਂ, ਨਾ ਐਡਮਿਨਿਸਟ੍ਰੇਟਰ ਜਿਹੜੇ ਪੁਰਾਣੇ ਨੇ ਜਾਂ ਨਵੇਂ ਨੇ, ਨਾ ਵੱਡੇ ਬਿਊਰੋਕਰੇਟਸ ਉਹਨਾਂ ਦੀ ਜ਼ਮੀਨਾਂ ਨੂੰ ਹੱਥ ਤਾਂ ਪਾ ਨਹੀਂ ਰਹੇ। ਗਰੀਬਾਂ ਦੀਆਂ ਪੰਚਾਇਤਾਂ ਦੀ ਜ਼ਮੀਨਾਂ ਖੋ ਕੇ ਵੱਡੇ ਸਰਮਾਏਦਾਰਾਂ ਨੂੰ ਵੇਚ ਰਹੇ ਨੇ। ਕੀ ਅੱਗੇ ਵੀ ਇਹੀ ਕਰੋਗੇ? ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਵੀ ਮੁਹਿੰਮ ਸ਼ੁਰੂ ਕੀਤੀ, ਬਾਅਦ 'ਚ ਬੰਦ ਹੋ ਗਈ। ਮੈਨੂੰ ਲੱਗਦਾ ਸ਼ਾਇਦ ਉਹੀ ਮੁਹਿੰਮ ਨੂੰ ਦੱਸੇ। ਇਹੀ ਚੀਜ਼ ਹੈ ਕਿ ਦਿਖਾ ਕੁਛ ਹੋ ਰਹੇ ਨੇ ਤੇ ਅੰਦਰ ਖਾਤੇ ਕਰ ਕੁਛ ਹੋ ਰਹੇ ਨੇ। ਆਖਿਰ ਮੈਂ ਇਸ ਮੁੱਦੇ ਤੇ ਇੱਕ ਗੱਲ ਹੋਰ ਕਹੂੰਗਾ ਕਿ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ, ਕਿਉਂਕਿ ਗ੍ਰਾਮ ਸਭਾ ਤਾਂ ਬੁਲਾਈ ਨਹੀਂ ਗਈ ਪੰਚਾਇਤ ਮੰਤਰੀ ਦੇ ਹਿਸਾਬ ਨਾਲ, ਤੇ ਪਿੰਡ ਦੇ ਲੋਕਾਂ ਨੇ ਵਿਜੀਲੈਂਸ ਨੂੰ ਕੰਪਲੇਂਟ ਫਾਈਲ ਕੀਤੀ ਹੈ 7/2 ਨੂੰ, ਸੌਰੀ ਆਪਣਾ 7/4 ਦੇ ਨੇੜੇ ਕੰਪਲੇਂਟ ਫਾਈਲ ਕੀਤੀ ਹੈ ਵਿਜੀਲੈਂਸ ਡਿਪਾਰਟਮੈਂਟ ਨੂੰ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿ ਪੰਚਾਇਤ ਦੀ ਜ਼ਮੀਨ ਡਿਪਾਰਟਮੈਂਟ ਨੇ ਨਾਲ ਰਲ ਕੇ ਪੰਚਾਇਤ ਤੋਂ ਸਰਕਾਰੀ ਜ਼ਮੀਨ ਜਿਹੜੀ ਹੈ ਪ੍ਰਾਈਵੇਟ ਬਿਲਡਰ ਨੂੰ ਬਿਨਾਂ ਪੁੱਛੇ ਬਿਨਾਂ ਦੱਸੇ ਬੰਦ ਕਮਰੇ 'ਚ ਵੇਚ। ਇਹ ਸਾਈਨ ਨੇ ਉਹਨਾਂ ਦੇ ਪਿੰਡ ਵਾਲਿਆਂ ਦੇ। ਇਹ ਜ਼ਮੀਨ ਵੇਚੀ ਜਾ ਸਕਦੀ ਜਾਂ ਲੀਜ਼ ਤੇ ਦਿੱਤੀ ਜਾ ਸਕਦੀ? ਦੇਖੋ, ਪੰਚਾਇਤ ਚਾਹੇ ਜੇ ਜ਼ਮੀਨ ਵੇਚ ਵੀ ਸਕਦੀ ਹੈ, ਅਕੋਰਡਿੰਗ ਟੂ ਸਿਚੁਏਸ਼ਨ ਹੁੰਦਾ ਹੈ, ਪਰ ਉਹ ਅਪਰੂਵਲਸ ਲੈਣੀ ਪੈਂਦੀਆਂ ਪੰਚਾਇਤ ਮੰਤਰੀ, ਡਿਪਾਰਟਮੈਂਟ, ਫਿਰ ਸਾਰਾ ਪਰਮਿਸ਼ਨਾਂ ਤੋਂ ਬਾਅਦ ਸਾਰਾ ਕੁਝ ਹੋ ਸਕਦਾ ਹੈ। ਪਰ ਤੁਸੀਂ ਇਹ ਥੋੜੀ ਹੈ, ਹੁਣ ਮੋਹਾਲੀ 'ਚ ਜ਼ਮੀਨ ਨੂੰ ਲੈ ਕੇ ਧਰਨੇ ਲੱਗੇ ਹੋਏ ਨੇ, ਸੜਕਾਂ ਜਾਂਦੀ ਜ਼ਮੀਨ ਨੂੰ, ਨੈਸ਼ਨਲ ਹਾਈਵੇ ਤੋਂ ਲੈ ਕੇ ਜ਼ਮੀਨਾਂ ਨੂੰ ਲੈ ਕੇ ਧਰਨਾ ਚੱਲ ਰਿਹਾ ਡੀਸੀ ਆਫਿਸ ਦੇ ਬਾਹਰ ਕਈ ਦਿਨਾਂ ਤੋਂ। ਤੇ ਉਹਨਾਂ ਦਾ ਇਹੀ ਕਹਾਣੀ ਹੈ ਕਿ ਸਾਨੂੰ ਜੀ ਆਉਣੇ ਪਾਉਣੇ ਰੇਟਾਂ ਤੇ ਸਾਡੀ ਕਰੋੜਾਂ ਦੀ ਜ਼ਮੀਨ ਨੂੰ ਲੱਖਾਂ ਦੇ ਵਿੱਚ ਖਰੀਦ ਕੇ ਸਰਕਾਰ ਜਿਹੜੀ ਹੈ ਅਕਵਾਇਰ ਕਰਕੇ ਸਾਨੂੰ ਤਾਂ ਕੱਖ ਤਾਂ ਨਹੀਂ ਛੱਡ ਰਹੀ। ਉਹ ਧਰਨੇ ਲਾ ਰਹੇ ਨੇ। 18 ਨੂੰ ਮੈਂ ਪੰਜਾਬੀਆਂ ਨੂੰ ਬੇਨਤੀ ਵੀ ਕਰਦਾ, ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਵੀ, ਉਹਨਾਂ ਨੇ 18 ਨੂੰ ਧਰਨਾ ਫਿਰ ਉਹ ਲਿਖਿਆ, 18 ਦੀ ਕਾਲ ਦਿੱਤੀ ਹੈ ਕਿ ਸਵੇਰੇ 9 ਵਜੇ ਡੀਸੀ ਆਫਿਸ ਦੇ ਬਾਹਰ ਪਹੁੰਚੋ ਤੇ ਸਾਰੇ ਪਹੁੰਚਣ। ਸਾਥ ਦੇ ਨਾਲ ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਖਰੜ ਤੋਂ ਐਮਐਲਏ ਮੈਡਮ ਅਨਮੋਲ ਗਗਨ ਮਾਨ ਜੀ, ਤੁਹਾਨੂੰ ਯਾਦ ਹੈ ਉਹੀ ਜਿਹੜੀਆਂ ਜ਼ਮੀਨਾਂ ਅਕਵਾਇਰ ਹੋਈਆਂ ਸੀਗੀਆਂ ਸੜਕਾਂ ਵਾਸਤੇ, ਬਕਾਇਦਾ ਗੱਡੀ ਚੱਕ ਕੇ ਮਾਨਸਾ ਗਏ ਸੀ ਧਰਨੇ ਵਿੱਚ, ਔਰ ਕਹਿ ਰਹੇ ਸੀ ਸਰਕਾਰ ਧੱਕਾ ਕਰ ਰਹੀ ਹੈ। ਤੇ ਹੁਣ ਤਾਂ ਤੁਹਾਡੇ ਆਪਣੇ ਮੋਹਾਲੀ ਦੇ ਵਿੱਚ ਧਰਨਾ ਲੱਗਿਆ ਹੋਇਆ, ਤੇ ਮੇਰੀ ਉਹਨਾਂ ਨੂੰ ਬੇਨਤੀ ਹੋਊਗੀ 18 ਤਰੀਕ ਨੂੰ ਉਹ ਵੱਧ ਚੜ ਕੇ ਹਿੱਸਾ ਲੈਣ ਤੇ ਆ ਕੇ ਆਪਣੀ ਸਰਕਾਰ ਦੇ ਖਿਲਾਫ ਹੀ ਆਪਣੀ ਸਰਕਾਰ ਨੂੰ ਸਵਾਲ ਕਰਨ ਕਿ ਹੁਣ ਤੁਸੀਂ ਇਹਨਾਂ ਨਾਲ ਧੱਕਾ ਕਿਉਂ ਕਰਨ ਲੱਗੇ ਹੋਏ ਹੋ। ਅਗਲਾ ਟੌਪਿਕ ਜਿਹੜਾ ਅਗਲਾ ਮੁੱਦਾ, ਮੇਨ ਮੁੱਖ ਮੁੱਦਾ ਹੋਰ ਵੀ ਹੈਗਾ, ਉਹ ਹੈਗਾ ਜਿਹੜੀਆਂ ਸਾਡੇ ਵੀਰ ਆਏ ਹੋਏ ਨੇ ਕਿਸਾਨ ਯੂਨੀਅਨ ਤੋਂ, ਬਾਰਡਰ ਦੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ
ਤੇ ਸਰਕਾਰਾਂ ਕਿਵੇਂ ਸਾਡੇ ਬਾਰਡਰ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਜਿਵੇਂ ਦੱਸਿਆ ਕਿ ਜਿਹੜੀ ਬਾਰਡਰ ਦੀ ਜ਼ਮੀਨ ਹੈ ਤਕਰੀਬਨ 21,300 ਦੇ ਕਰੀਬ ਏਕੜ ਜ਼ਮੀਨ ਜਿਹੜੀ ਹੈ ਤਾਰ ਦੇ ਉਸ ਪਾਰ ਹੈ। 44 ਫੁੱਟ ਤਕਰੀਬਨ ਸਣੇ ਤਾਰ, ਸਣੇ ਜਿਹੜਾ ਪੈਟਰੋਲਿੰਗ ਦਾ ਰਸਤਾ, ਉਹ ਸਭ ਨੂੰ ਲਾ ਕੇ 44 ਫੁੱਟ ਜਿਹੜੀ ਹੈ ਉਹ ਜ਼ਮੀਨ ਹੈ ਤੇ 530 ਕਿਲੋਮੀਟਰ ਦਾ ਬਾਰਡਰ ਹੈ। 6 ਜ਼ਿਲ੍ਹੇ ਪੈਂਦੇ ਨੇ ਤੇ 220 ਪਿੰਡ ਪੈਂਦੇ ਨੇ। ਸਾਡੇ ਕਿਸਾਨ ਵੀਰਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਬੁਲੰਦ ਰੱਖਦੇ ਹੋਏ ਆਪਣੀ ਜ਼ਮੀਨ ਸਰਕਾਰ ਨੂੰ ਸਮਰਪਿਤ ਕਰਤੀ। ਸਾਡੇ ਦੇਸ਼ ਦੀ ਸੁਰੱਖਿਆ, ਸਾਡਾ ਦੇਸ਼ ਸੁਰੱਖਿਅਤ ਰਹੇ, ਸਾਡੇ ਦੇਸ਼ ਦੀ ਸੁਰੱਖਿਆ 'ਚ 1% ਵੀ ਕੁਤਾਹੀ ਨਾ ਹੋਵੇ, ਸਾਡੇ ਜਵਾਨ ਸਾਡੇ ਦੇਸ਼ ਦੀ ਰੱਖਿਆ ਕਰਨ। ਪਰ ਉੱਥੇ ਹੀ ਸਾਡੇ ਬਾਰਡਰ ਦੇ ਕਿਸਾਨਾਂ ਨੂੰ ਕਿਵੇਂ ਸਰਕਾਰਾਂ ਵੱਲੋਂ ਤਸ਼ੱਦਦ ਸਹਿਣੀ ਪੈ ਰਹੀ ਹੈ, ਉਹ ਮੈਂ ਤੁਹਾਡੇ ਸਾਹਮਣੇ ਥੋੜ੍ਹਾ ਜਿਹਾ ਇਨ ਬਰੀਫ ਦੱਸੂਗਾ, ਬਾਕੀ ਡਿਟੇਲ ਸਾਡੇ ਵੀਰ ਦੱਸਣਗੇ। 2014 'ਚ ਇੱਕ ਰੇਟ ਫਿਕਸ ਹੋਏ 65,000 ਰੁਪਇਆ, ਜਿਹੜਾ ਕਿ ਸੈਂਟਰ ਸਰਕਾਰ ਤੇ ਸਟੇਟ ਸੂਬੇ ਨੇ 50-50 ਦੇ ਰੇਸ਼ੋ ਨਾਲ, ਅੱਧੇ ਦੇ ਰੇਸ਼ੋ ਨਾਲ ਪੈਸੇ ਦੇਣੇ ਸੀਗੇ। ਐਨੂਅਲ ਕੰਪਨਸੇਸ਼ਨ ਹਰ ਸਾਲ ਐਨੂਅਲੀ ਮਿਲਦੇ ਸੀਗੇ। 65,000 ਕੁਝ ਵੀ ਨਹੀਂ ਹੁੰਦਾ ਸਾਲ ਦਾ। ਫਿਰ ਦੁਬਾਰਾ ਇਹਨਾਂ ਨੇ ਕੇਸ ਫਾਈਲ ਕੀਤਾ, ਦਾ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਵਰਸਸ ਯੂਨੀਅਨ ਆਫ ਇੰਡੀਆ, ਪੰਜਾਬ ਸਰਕਾਰ ਵੀ ਉਸ ਪਾਰਟੀ ਸੀ। ਤੇ ਉਸ ਤੋਂ ਬਾਅਦ ਇੱਕ ਕਮੇਟੀ ਬਣੀ, ਕਮੇਟੀ ਨੇ 10,000 ਦੀ ਰਿਕਮੈਂਡੇਸ਼ਨ ਦਿੱਤੀ ਆਨਰੇਬਲ ਹਾਈ ਕੋਰਟ ਨੂੰ, ਤੇ 2015 'ਚ ਆਰਡਰ ਹੋਇਆ ਕਿ ਇੱਕ ਤਾਂ 10,000 ਰੁਪਏ ਰੇਟ ਦਿੱਤਾ ਜਾਵੇ, 5,000 ਸੈਂਟਰ ਤੋਂ ਆਉਣਾ, 5,000 ਸਟੇਟ ਨੇ ਦੇਣਾ, ਤੇ ਦੂਜਾ ਇੱਕ ਟ੍ਰਿਬਿਊਨਲ ਬਣਾਇਆ ਜਾਵੇ ਕਿ ਇਹਦਾ ਪੱਕਾ ਇਲਾਜ ਕੀਤਾ ਜਾਵੇ, ਕਿ ਇਹਨੂੰ ਨੋਟੀਫਾਈ ਕੀਤਾ ਜਾਵੇ, ਨੋਟੀਫਾਈ ਕਰਕੇ ਇਹਨਾਂ ਦੀ ਲੈਂਡ ਐਕਵਾਇਰ ਕੀਤਾ ਜਾਵੇ, ਇਹਨਾਂ ਨੂੰ ਬਣਦਾ ਕੰਪਨਸੇਸ਼ਨ ਦਿੱਤਾ ਜਾਵੇ, ਤਾਂ ਕਿ ਰੋਜ਼-ਰੋਜ਼ ਦਾ ਕੰਮ ਖਤਮ ਹੋ ਜਾਵੇ। ਪਰ ਸਰਕਾਰਾਂ ਨੇ ਟ੍ਰਿਬਿਊਨਲ ਬਣਾ ਕੇ ਅੱਜ ਤੱਕ ਸ਼ਾਂਤ ਰਹੀਆਂ। ਤੇ ਮੈਂ ਬੇਨਤੀ ਕਰੂੰਗਾ ਆਪਣੇ ਵੀਰ ਨੂੰ ਕਿ ਉਹ ਅੱਗੇ ਇਸ ਮੁੱਦੇ ਤੇ ਗੱਲ ਕਰਨ ਖੁੱਲ੍ਹ ਕੇ, ਕਿਉਂਕਿ ਉਹ ਗਰਾਊਂਡ ਸਿਚੁਏਸ਼ਨ ਜਾਣਦੇ ਨੇ। ਅਸੀਂ ਤਾਂ ਸਿਰਫ ਲੀਗਲ ਤੇ ਟੈਕਨੀਕਲ ਗੱਲ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਮੈਂ ਫਿਰ ਇਸੇ ਮੁੱਦੇ 'ਤੇ 2 ਲਾਈਨਾਂ ਫਿਰ ਬੋਲੂੰਗਾ। ਬਹੁਤ ਆਪਣਾ ਧੰਨਵਾਦ ਜੀ। ਮੈਂ ਗੱਲ ਕਰਨ ਲੱਗਾ, ਜਿੱਦਾਂ ਇਹਨਾਂ ਦੱਸਿਆ ਕਿ 21,300 ਕਿੱਲਾ ਬਾਰਡਰ ਦੀ ਜ਼ਮੀਨ ਆ, ਤੇ ਬਿਨ ਦੱਸਿਆ ਸਰਕਾਰ ਨੇ ਜਿਹੜੀ ਜ਼ਮੀਨ ਸਾਡੀ ਅਕਵਾਇਰ ਕੀਤੀ, ਤਾਰ ਲਾਈ। ਹਿੰਦੁਸਤਾਨ ਦੇ ਜਿਹੜੇ ਪਾਕਿਸਤਾਨ ਨਾਲ ਲੱਗਦੀ 11 ਫੁੱਟ ਢਾਬ ਸੀ 1947 ਤੋਂ ਲੱਗ ਕੇ ਉਹ ਕਿਸਾਨਾਂ ਦੇ ਨਾਮ ਬੋਲਦੀ ਹੁੰਦੀ ਹੈ। ਉਹ ਅਸੀਂ 15,000 ਸਾਲ 15 ਦੇ ਵਿੱਚ ਕੇਸ ਵਿਨ ਕੀਤਾ। 44 ਫੁੱਟ ਜਿਹੜੀ ਤਾਰ, 8 ਫੁੱਟ ਤਾਰ ਹੁੰਦੀ, 14 ਫੁੱਟ ਅੱਗੇ ਰਸਤਾ, 22 ਫੁੱਟ ਪਿੱਛੇ ਰਸਤਾ, तो 44 फुट बनता, वो भी इन्होंने धक्के नाल तार ला ली। एक भी किसान पठानकोट तो लग फाजिलका तक एक भी किसान ने विरोध नहीं किया, क्योंकि इन्होंने कहा कि असीं देश की सिक्योरिटी ला रहे हैं, असीं उस देश के वासी हैं। हुण जदों पिछे जमीन अक्वायर होंदियां ने, उहदे पहलों पैसे दे के फिर गौरमेंट जमीन अक्वायर करती है, पर साडे नाल धक्का किया गया। हुण इत्थे गल आ जाती कि कोर्ट दे विच केस असीं विन कर चुके हैं। 2015 का सरकार नूं हुक्म कीते पंजाब नूं कोई नोटिफिकेशन जारी करो, फिर जिहड़ा ट्रिब्यूनल बनिया वा, पहली बार इतिहास दे विच होया कि किसी मौजूदा जज का ट्रिब्यूनल बनिया। हाई कोर्ट ने सैशन जज नूं पावरां दित्तियां। 15 तो लग के अज तक सरकार ने उहदा रिकॉर्ड पेश नहीं किया। फिर साडी कंपनसेशन लगी, क्योंकि जंगली जानवर हजे भी पाकिस्तान तो आउंदे ने ते 70 तो 75% साडी जिहड़ी फसल का उजाड़ा करके वो चल जाती। तो चलो ठीक है, देश के कानून असी देश के नाल, असी उस देश के वासी हाँ कि जानवर नूं तुसीं नहीं मार सकते, पर उनका कोई हल तो हैगा ना। पर उत्ते भी सरकार ने अखां मीटियां ने। हुण आ जी साडी जिहड़ी अपना 18, 19, 20, 21 4 साल का साडा जिहड़ा ठेका रहिंदा सी, वो करीब जिहड़ा अपना 48 करोड़ रुपया बनता, कल्ले सेंटर का, तो 48 करोड़ रुपया जिहड़ा बनता वा पंजाब का शेयर 50-50 हुंदा वा, 10,000 रुपया प्रति एकड़। वो 23 मार्च नूं साडा आ गया सी, क्योंकि असी कोर्ट दे विच केस पाया वा। सरकार जिहड़ी कोर्ट की हुक्म मंजूरी करती है, उहदी तरीक अगली फिर आ रही है 31 मई, लास्ट महीने तरीक सी, ते सेंटर ने डरदे ने पैसे पा दिते आ, अपना शेयर उन्हें 48 करोड़ रुपया पा दिता। हुण जिहड़ी आम आदमी सरकार पार्टी आ, मान सरकार, ये कहती कि असीं आम लोगों का, आम लोगों की सरकार आ, आम लोगों को फायदा देने। देखो साडे सेंटर के पैसे आए 48 करोड़ रुपया नप के बैठे आ एक महीने का,
ਮੈਂ ਯਾਦ ਕਰਾਦਾ ਮਾਨ ਸਾਹਿਬ ਜਦੋਂ MP ਸੀ, ਇਹ ਕਹਿੰਦੇ ਕਿ ਮੈਂ ਵਿਆਜ ਵੀ ਦਿੰਦਾ, ਆਪਦੇ MP ਕੋਟੇ ਦਾ ਮੈਂ ਵਿਆਜ ਵੀ ਦੇਣਾ, ਤਾਂ ਸਾਡਾ ਤਾਂ ਮੂਲ ਵੀ ਨਹੀਂ ਦੇ ਰਹੇ। ਸਾਡਾ ਗੁਨਾਹ ਕੀ ਆ ਕਿ ਅਸੀਂ ਬਾਰਡਰ ਤੇ ਜੰਮ ਪਏ? ਸਾਡਾ ਇਹੀ ਗੁਨਾਹ ਵਾ ਨਾ ਕਿ ਅਸੀਂ ਬਾਰਡਰ ਤੇ ਜੰਮੇ ਆ, ਆਪਣੇ ਪੰਜਾਬ ਦਾ ਸ਼ੇਅਰ ਨਹੀਂ ਦਿੱਤਾ। ਸੈਂਟਰ ਦਾ ਵੀ 48 ਕਰੋੜ ਰੁਪਈਆ ਦੱਬ ਕੇ ਬੈਠ ਗਏ। ਤੇ ਜਦ ਗਵਰਨਰ ਸਾਹਿਬ ਨੇ ਇਹਨਾਂ ਨੇ ਬਾਰਡਰ ਤੇ ਵਿਜ਼ਿਟ ਕੀਤਾ ਸੀ ਬਾਰਡਰ ਦੇ ਲੋਕਾਂ ਲਈ ਮੁਸ਼ਕਲਾਂ ਸੁਣਨਾ, ਪਰ ਬਾਰਡਰ ਦਾ ਉੱਥੇ ਬੰਦਾ ਨਹੀਂ ਕੋਈ ਫਰਕ ਨਹੀਂ। ਅਸੀਂ 6 ਜਿਹੜੇ ਤਰਲੇ ਲੈ ਕੇ ਮਰ ਗਏ ਆ ਕਿ ਸਾਡੇ ਨਾਲ ਇੱਕ ਮੀਟਿੰਗ, ਇੱਕ ਹੀ, ਜਦ ਫਾਜ਼ਿਲਕਾ ਮੈਂ ਵੀ ਉੱਥੇ ਕਾਲ ਦਿੱਤੀ ਕਿ ਮੈਂ ਖੁਦ ਆਊਂਗਾ, ਮੈਂ ਡਿਸਟ੍ਰਿਕਟ ਤੋਂ ਆਪਣਾ ਤਰਨਤਾਰਨ ਤੋਂ, ਜਦ ਮੈਂ ਗੱਲ ਕੀਤੀ ਕਿ ਮੈਂ ਉੱਥੇ ਖੁਦ ਆਣਾ, ਇਹਨਾਂ ਨੇ ਵੇਖਿਆ ਵੀਡੀਓ ਵਿੱਚ ਉੱਥੇ ਜਨਤਾ ਜ਼ਿਆਦਾ ਇਕੱਠੀ ਹੋਈ ਨਹੀਂ ਆ, ਪਤਾ ਲੱਗ ਗਿਆ। ਫਿਰ ਇਹਨਾਂ ਨੇ ਉੱਥੇ ਸਾਨੂੰ ਮਿਲਾਇਆ, ਫਿਰ ਨਹੀਂਗਾ, ਤੇ ਮਾਨ ਸਾਹਿਬ ਇੱਕ ਸਟੇਟਮੈਂਟ ਦੇ ਕੇ ਛੋਟੀ ਜੀ ਕਿ ਅਸੀਂ ਬਾਰਡਰ ਦੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ, ਪਰ ਕੋਈ ਨਹੀਂ ਕੀਤਾ। ਸੋ ਇੱਕ ਸਾਡਾ ਇਹਨਾਂ ਨੇ ਜਿਹੜਾ ਪੈਸਾ ਸਾਡਾ ਅਜੇ ਤੱਕ ਨਹੀਂ ਦਿੱਤਾ। ਫਿਰ ਧੱਕਾ ਇਹ ਹੁੰਦਾ ਵਾ, ਹੁਣ ਜਿਹੜਾ 26 ਜੂਨ ਦਾ ਇਹਨਾਂ ਕਰ ਦਿੱਤਾ ਵਾ ਝੋਨਾ ਲਾਉਣ ਦਾ। ਹੁਣ ਸਾਨੂੰ ਉੱਥੇ ਲੇਬਰ ਦਾ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਮੀਡੀਆ ਸਾਹਮਣੇ, ਕਿ ਜੇ ਪਿੱਛੇ ਐਗਜ਼ਾਮਪਲ ਤੌਰ ਤੇ ਲਵਾਈ 3000 ਰੁਪਇਆ ਵਾ ਝੋਨੇ ਦੀ, ਤੇ ਸਾਨੂੰ ਉੱਥੇ ਅਗਲੇ ਬੰਨੇ 4000-4500 ਰੁਪਇਆ ਦੇਣਾ ਪੈਂਦਾ, ਕਿਉਂਕਿ ਟਾਈਮ ਨਹੀਂ ਮਿਲਦਾ, ਜਿਹਦੇ ਵਿੱਚ ਅਹਿਮ ਰੋਲ ਪੰਜਾਬ ਸਰਕਾਰ ਦਾ ਵੀ ਹੁੰਦਾ ਵਾ। ਕੰਟਰੋਲ ਬਾਰਡਰ ਦਾ ਵਾ, ਆਪਣਾ BSF ਦਾ ਵਾ, ਪਰ ਜਿਹੜੀਆਂ ਹਦਾਇਤਾਂ ਨਾਲ ਉੱਥੇ ਪੰਜਾਬ ਸਰਕਾਰ ਦੀਆਂ ਵੀ ਹੁੰਦੀਆਂ। ਇਹ ਚਿੱਠੀ ਭੇਜ ਦਿੰਦੇ ਨੇ ਕਿ 26 ਤੋਂ, ਹੁਣ BSF ਨੇ ਸਾਡੇ ਅੱਗੇ ਚਿੱਠੀ ਰੱਖ ਦੇਣੀ ਆ ਕਿ 26 ਜੂਨ ਤੋਂ ਪਹਿਲਾਂ ਇਹ ਝੋਨਾ ਨਹੀਂ ਲਾਉਣ ਦੇਣਾ। ਤੇ ਜਦ 26 ਜੂਨ ਤੋਂ ਸ਼ੁਰੂ ਕੀਤਾ, ਇੱਕ ਵੀਕ ਤੱਕ ਪਿੱਛੇ ਲੱਗਦੇ ਨਹੀਂ ਲਾਉਂਦੇ, ਸਾਨੂੰ ਤਾਂ ਫਿਰ ਜੁਲਾਈ ਆ ਜੂਗੀ। ਸੋ ਸਾਡਾ ਇਹਨਾਂ ਨੇ ਕੋਈ ਹੱਲ ਜਿਹੜਾ ਨਹੀਂ ਕੱਢਿਆ। ਸੋ ਮੇਨ ਸਾਡਾ ਜਿਹੜਾ ਮੇਰਾ ਮੁੱਦਾ ਅੱਜ ਬੋਲਣ ਦਾ ਸੀ, ਫਿਰ ਨਾ ਤਾਂ ਸਾਡਾ ਇਹਨਾਂ ਨੇ ਅੱਜ ਤੱਕ ਜਿਹੜਾ 44 ਫੁੱਟ ਦਾ ਕੇਸ ਚੱਲਦਾ ਵਾ 6 ਜ਼ਿਲ੍ਹਿਆਂ ਦੇ ਵਿੱਚ, ਅੱਜ ਤੱਕ ਉਹਦਾ ਇਹਨਾਂ ਨੇ ਪੰਜਾਬ ਸਰਕਾਰ ਦੇ ਰਿਕਾਰਡ ਪੇਸ਼ ਨਹੀਂ ਕੀਤਾ। ਅਸੀਂ ਇਹਨਾਂ ਦੇ ਵੀ ਤਰਲੇ ਕੱਢ ਰਹੇ ਹਾਂ। ਹਾਂ, ਇੱਕ ਗੱਲ ਦੀ ਮੈਨੂੰ ਹੈਰਾਨਗੀ ਜ਼ਰੂਰ ਆਉਂਦੀ ਆ ਕਿ ਜਦੋਂ ਸਰਕਾਰ ਦੇ ਵਿੱਚ ਨਹੀਂ ਹੁੰਦੇ ਉਦੋਂ ਸਾਰੇ ਗੱਲ ਕਰਦੇ ਆ। ਮਾਨ ਸਾਹਿਬ ਨੇ ਵੀ ਕਿਹਾ ਸੀ, ਮੈਂ ਖੁਦ ਮੁਲਾਕਾਤ ਕੀਤੀ ਸੀ, ਕਿ ਸਾਡੀ ਸਰਕਾਰ ਆ ਲੈਣ ਦਿਓ, ਅਸੀਂ ਤੁਹਾਡੇ ਮੁੱਦੇ ਹੱਲ ਕਰਾਂਗੇ, ਪਰ ਅੱਜ ਤੱਕ ਕੋਈ, ਹੁਣ ਜਦੋਂ ਸੱਤਾ ਦੇ ਵਿੱਚ ਆ ਗਏ ਨੇ, ਜਦੋਂ ਨੀਲਾ ਪੈਨ ਕੋਲ ਆ ਗਿਆ ਵਾ, ਹਰਾ ਪੈਨ ਕੋਲ ਆ ਗਿਆ ਵਾ, ਤੇ ਉਦੋਂ ਸਾਡੇ ਮੁੱਦੇ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ ਆ। ਸੁਣਨੇ ਕੋਈ ਸਾਡੇ ਵੱਲ ਦੇਖਦਾ ਨਹੀਂ। ਬਾਕੀ ਮੇਰੀ ਤਾਂ ਇੰਨੀ ਗੁਰਜਾਇਸ਼ ਹੈਗੀ ਆ, ਬਾਰਡਰ ਤੇ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਬਾਰਡਰ ਦੇ ਲੋਕਾਂ ਵੱਲ, ਪੀੜਤ ਲੋਕਾਂ ਵੱਲ ਜ਼ਰੂਰ ਵੇਖੋ, ਜਿਨ੍ਹਾਂ ਦੀ ਫਸਲ ਜਦੋਂ ਉਹ ਮਰ ਕੇ ਬੀਜਦੇ ਨੇ ਤੇ ਜਿਹੜੇ ਉਹਨਾਂ ਦੇ ਜਾਨਵਰ ਉਜਾੜਾ ਕਰ ਜਾਂਦੇ ਨੇ, ਤੇ ਜਿਹੜਾ ਆਇਆ ਸਾਡਾ ਠੇਕਾ ਤੁਸੀਂ ਉਹ ਜਲਦੀ ਤੋਂ ਜਲਦੀ ਵੰਡੋ, ਨਹੀਂ ਤੇ ਅਸੀਂ ਕੋਈ ਆਪਦਾ ਪ੍ਰੋਟੈਸਟ ਜ਼ਰੂਰ ਕਰਾਂਗੇ। ਦੇਖੋ, ਜੋ ਗੱਲ ਮਨਵੀਰ ਨੇ ਕੀਤੀ, ਮੈਂ ਇੱਕ ਲਾਈਨ ਐਡ ਕਰ ਦੇਣਾ ਚਾਹੁੰਦਾ ਹਾਂ। ਦੇਖੋ, ਸਰਕਾਰ ਅੱਜ ਪੰਚਾਇਤੀ ਜ਼ਮੀਨਾਂ ਛਡਾਉਂਦੀ ਫਿਰ ਰਹੀ ਹੈ, ਲੋਕਾਂ ਨੂੰ ਕਿਹਦੇ ਲਈ ਛਡਾਉਂਦੀ ਫਿਰ ਰਹੀ, ਕਿ ਉਦਯੋਗਪਤੀਆਂ ਲਈ, ਕਿ ਵੱਡੇ ਬਿਲਡਰਾਂ ਲਈ। ਹੁਣ ਜਿਹੜੀ ਇਹ 21,300 ਏਕੜ ਜ਼ਮੀਨ ਹੈਗੀ ਹੈ, ਕੀ 10,000 ਏਕੜ ਦੇ ਹਿਸਾਬ ਨਾਲ ਇਹਨਾਂ ਦਾ ਗੁਜ਼ਾਰਾ ਹੋ ਜਾਂਦਾ ਹੈ? ਕਿਉਂ ਨਹੀਂ ਸਰਕਾਰ ਇਹਨਾਂ ਨੂੰ ਬਦਲ ਦਿੰਦੀ? ਲੋਕਾਂ ਨੇ ਵੋਟ ਪਾਈ ਸੀ ਬਦਲ ਵਾਸਤੇ, ਬਦਲਾਅ ਵਾਸਤੇ, ਉਹ ਕਿਉਂ ਬਦਲੇ ਲੈ ਰਹੀ ਹੈ? ਕਿਉਂ ਨਹੀਂ ਸਰਕਾਰ ਇਹਨਾਂ ਨੂੰ ਬਦਲ ਦਿੰਦੀ? ਇਹਨਾਂ ਨੂੰ ਜ਼ਮੀਨ, ਵੱਡੇ ਜ਼ਮੀਨ ਦੇ ਤਬਾਦਲਾ ਕਰ ਦੇਵੇ ਜ਼ਮੀਨ ਦਾ। ਇਹਨਾਂ ਨੂੰ ਹੋਰ ਪੰਚਾਇਤੀ ਜ਼ਮੀਨਾਂ ਦੇ ਪਿੰਡਾਂ ਨੇੜੇ ਤੇੜੇ ਜਿਹੜੀ ਹੈਗੀਆਂ ਨੇ, ਜਿਹੜੀਆਂ ਛਡਾਊਗੀ ਸਰਕਾਰ ਉਹ ਜ਼ਮੀਨ ਆਕੂਪਾਈ ਕਰ ਲੇ, ਨਾਲੇ ਦੇਸ਼ ਦੀ ਸੁਰੱਖਿਆ ਦਾ ਕੰਮ ਹੋ ਗਿਆ, ਨਾਲੇ ਰੋਜ਼ ਰੋਜ਼ ਇਹਨਾਂ ਨੂੰ ਕੰਡਾਤਾਰ ਪਾਰ ਨਹੀਂ ਕਰਨੀ ਪਊਗੀ, ਨਾਲੇ ਇਹਨਾਂ ਨੂੰ ਘਰ ਬੈਠੇ ਜ਼ਮੀਨ ਮਿਲ ਜੂਗੀ। ਦੇਖਿਆ ਜਾਵੇ ਤਾਂ ਸਰਕਾਰ ਦੇ ਮੁਤਾਬਿਕ ਤਾਂ ਜ਼ਮੀਨ ਪੰਚਾਇਤੀ ਦੱਬੀ ਹੋਈ ਹੋਏਗੀ ਨਾ। ਤਾਂ ਮੇਰੀ ਬੇਨਤੀ ਸਰਕਾਰ ਨੂੰ ਹੈਗੀ ਵੀ ਸਰਕਾਰ ਇਹਨਾਂ ਦਾ ਐਟਲੀਸਟ ਘੱਟੋ ਘੱਟ ਚਾਹੇ ਤਬਾਦਲਾ ਹੀ ਕਰ ਦੇ, ਜਾਂ ਫਿਰ ਜਿਵੇਂ ਵਕਫ ਬੋਰਡ ਦੀ 99 ਈਅਰ ਦੀ 99 ਸਾਲ ਦੀ ਲੀਜ਼ ਹੁੰਦੀ ਹੈ, 1 ਰੁਪਈਆ ਸਾਲ ਦੇ ਹਿਸਾਬ ਨਾਲ 99 ਸਾਲ ਦੀ ਲੀਜ਼ ਦੇ ਦੇਣ। ਮੈਨੂੰ ਲੱਗਦਾ ਇਹ 10,000 ਰੁਪਏ ਸਾਲ ਵੀ ਛੱਡ ਦੇਣਗੇ ਮੁਆਵਜ਼ੇ ਦਾ, ਜੇ ਇਹਨਾਂ ਨੂੰ ਉਹ ਲੀਜ਼ ਵੀ ਦੇ ਕੇ ਜ਼ਮੀਨਾਂ ਦੇ ਦੇਣਗੇ। ਤੇ ਸਮਾਂ ਕਾਫੀ ਮੈਨੂੰ ਲੱਗਦਾ ਹੋ ਗਿਆ। ਇੱਕ ਹੋਰ ਛੋਟੀ ਜਿਹੀ ਗੱਲ ਰੱਖ ਕੇ, ਜਿਵੇਂ ਤੁਹਾਨੂੰ ਪਤਾ ਹੁਣ AG ਆਫਿਸ ਦੀ ਪੋਸਟਾਂ ਦੀ 9 ਤਰੀਕ ਸੀਗੀ ਫਾਰਮ ਭਰਨ ਦੀ। ਮੈਂ ਉਮੀਦ ਕਰਦਾ ਸਰਕਾਰ ਤੇ ਕਿ ਜਿਵੇਂ ਬਿਜਲੀ ਬੋਰਡ ਦੇ ਵਿੱਚ 40% ਲੋਕ ਬਾਹਰ ਤੇ ਲਿਆ ਕੇ ਭਰਤੀ ਕੀਤੇ ਗਏ, 60-40 ਦੀ ਰੇਸ਼ੋ ਪੰਜਾਬ 'ਚ ਵੀ ਖੜੀ ਕਰ ਦਿੱਤੀ ਗਈ, ਤੇ AG ਆਫਿਸ 'ਚ ਮੈਨੂੰ ਲੱਗਦਾ ਇੱਦਾਂ ਨਾ ਕਰਨ। ਉਹ ਬੇਨਤੀ ਸਰਕਾਰ ਨੂੰ ਹੈ
ਜਿਨ੍ਹਾਂ ਕੋਲ ਪੰਜਾਬ ਦੇ ਡੋਮਿਸਾਈਲ ਹੋਣ ਜਾਂ ਪੰਜਾਬੀ 10ਵੀਂ ਪੰਜਾਬੀ ਲਾਜ਼ਮੀ ਹੁੰਦੀ ਸਰਕਾਰੀ ਨੌਕਰੀ ਵਾਸਤੇ। ਚਲੋ ਇਹ 5 ਸਾਲ ਦੀ ਨੌਕਰੀ ਹੈ, ਪਰ ਜਿਨ੍ਹਾਂ ਦੀ 10ਵੀਂ ਲਾਜ਼ਮੀ ਹੋਵੇ ਪੰਜਾਬੀ 'ਚ ਉਹਨਾਂ ਨੂੰ ਏਜੀ ਆਫਿਸ ਰੱਖਣ, ਇਹ ਗੁਜ਼ਾਰਿਸ਼ ਹੈ। ਨਹੀਂ ਅਸੀਂ ਬਾਅਦ 'ਚ ਆਰਟੀ ਪਾ ਕੇ ਤਾਂ ਮੰਗ ਹੀ ਲੈਣਾ ਵੀ ਕਿੰਨੇ ਕੁ ਰੱਖੇ ਜਿਨ੍ਹਾਂ ਦੀ 10ਵੀਂ ਲਾਜ਼ਮੀ ਪੰਜਾਬੀ ਹੈਗੀ ਹੈ। ਤੇ ਆਖਿਰ 'ਚ ਇੱਕ ਅਸੀਂ ਅੱਜ ਮੁਹਿੰਮ ਲਾਂਚ ਕਰਨ ਜਾ ਰਹੇ ਹਾਂ, ਕਿਉਂਕਿ 2 ਮੁੱਦੇ ਜਿਹੜੇ ਅੱਜ ਰੱਖੇ ਹੈ। ਇੱਕ ਸਾਡਾ ਸਾਥੀ ਆ ਨਹੀਂ ਸਕਿਆ ਤੇ ਦੂਜੇ ਸਾਥੀ ਨੇ ਆਪਣਾ ਮੁੱਦਾ ਰੱਖਿਆ। ਇਹੀ ਮੁੱਦੇ ਲੋਕਾਂ ਦੇ ਮੁੱਦੇ ਲੋਕ ਆਪ ਰੱਖਣ, ਪੰਜਾਬ ਦੇ ਮੁੱਦੇ ਪੰਜਾਬੀ ਆਪ ਸਾਹਮਣੇ ਆ ਕੇ ਰੱਖਣ, ਡਿਪੈਂਡ ਨਾ ਰਹਿਣ ਕਿਸੇ ਨੁਮਾਇੰਦੇ ਤੇ, ਡਿਪੈਂਡ ਨਾ ਰਹਿਣ ਕਿਸੇ ਲੀਡਰ ਤੇ ਉਹਨਾਂ ਵਾਸਤੇ ਇੱਕ ਪਲੇਟਫਾਰਮ ਖੋਲ੍ਹਣ ਦੀ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ। ਉਹਦਾ ਨਾਂ ਹੈ ਪੰਜਾਬ ਬੋਲਦਾ। ਪੰਜਾਬ ਬੋਲਦਾ ਨਾਂ ਤੇ ਇੱਕ ਪਲੇਟਫਾਰਮ ਸ਼ੁਰੂ ਕਰਨ ਲੱਗੇ ਅੱਜ ਤੋਂ। ਪੈਨ ਪੰਜਾਬ 'ਚ ਮੈਸੇਜ ਅਸੀਂ ਸਪਰੈਡ ਕਰਾਂਗੇ। ਤੇ ਜਿਵੇਂ ਸਰਕਾਰ ਨੇ ਇੱਕ WhatsApp ਨੰਬਰ ਜਾਰੀ ਕੀਤਾ ਕਿ ਜੀ ਜੋ ਵੀ ਕੋਈ ਇਹ ਜ਼ਮੀਨਾਂ ਨੂੰ ਲੈ ਕੇ ਕਰਪਸ਼ਨ ਲੈ ਕੇ ਇਹ WhatsApp ਨੰਬਰ ਤੇ ਦਿਓ, ਤੇ ਅਸੀਂ ਵੀ ਅੱਜ WhatsApp ਨੰਬਰ ਜਾਰੀ ਕਰਨ ਲੱਗੇ ਹਾਂ। ਪਰ ਬੇਨਤੀ ਹੈ ਕਿ ਇਸ ਨੰਬਰ ਤੇ ਕੋਈ ਕਾਲ ਨਾ ਕਰੇ, ਕੋਈ WhatsApp ਕਾਲ ਨਾ ਕਰੇ, ਕੋਈ ਦੂਜੀ ਕਾਲ ਨਾ ਕਰੇ। ਸਿਰਫ ਜਿਵੇਂ ਇਹ ਡਾਕੂਮੈਂਟ ਸਾਡੇ ਕੋਲ ਆਏ, ਕਾਗਜ਼ ਸਾਡੇ ਕੋਲ ਭਰਾ ਲੈ ਕੇ ਆਏ ਤੇ ਦੂਜੇ ਅੰਮ੍ਰਿਤਸਰ ਵਾਲੇ ਵੀਰ ਨੇ ਭੇਜੇ, ਤੇ ਉਵੇਂ ਹੀ ਵੈਲਿਡ ਪੇਪਰ ਲੀਗਲ ਕਾਗਜ਼ ਹੋਣ। ਜਿੱਥੇ ਸਰਕਾਰ ਨੇ ਤੁਹਾਡੇ ਨਾਲ ਧੱਕਾ ਕੀਤਾ ਹੋਵੇ ਜਾਂ ਸਰਕਾਰ ਤੁਹਾਡੇ ਅੱਗੇ ਪੰਚਾਇਤੀ ਜ਼ਮੀਨਾਂ ਜਿਵੇਂ ਹੁਣ ਅੱਗੇ ਅਲਾਟਮੈਂਟਾਂ ਸਰਕਾਰ ਨੇ ਕਰਨੀਆਂ, ਹੁਣ ਕਿਹਨਾਂ ਨੂੰ ਕਰਨੀਆਂ? ਜਿਵੇਂ ਰਾਜ ਸਭਾ ਮੈਂਬਰ ਇਹਨਾਂ ਦਾ ਇੱਕ ਚੁਣਿਆ ਗਿਆ, ਜਿਹਨੂੰ ਕੈਪਟਨ ਸਾਹਿਬ ਨੇ ਦਿੱਤੀ ਕਮਰਸ਼ੀਅਲ ਲੈਂਡ, ਬਣਾਤੀ ਰੈਜ਼ੀਡੈਂਸ਼ੀਅਲ, ਤੇ ਬਾਅਦ 'ਚ ਫਿਰ ਪਰਚੇ ਖਰਚੇ ਸਾਰਾ ਕੁਝ ਹੁੰਦੇ ਰਹੇ, ਤੇ ਕਿਤੇ ਉਹਨਾਂ ਨੂੰ ਤਾਂ ਨਹੀਂ ਦੇਣੀਆਂ। ਤੇ ਉਹ ਸਾਰੀ ਚੀਜ਼ਾਂ ਤੇ ਹੋਰ ਜਿਹੜੀਆਂ ਸਰਕਾਰ ਧੱਕੇ ਕਰ ਰਹੀ, ਜਿਵੇਂ ਤੁਸੀਂ ਦੇਖਿਆ ਉੱਚੋ ਮੰਡੀ ਦੀ ਕੱਲ੍ਹ ਕਹਿੰਦੇ ਸਪੀਡ ਚੈੱਕ ਹੋ ਗਈ MLA ਦੀ, ਤੇ 60 ਲੱਖ ਮੰਗਦਾ ਸੀ ਟਰਾਂਸਪੋਰਟਰਸ ਤੋਂ, ਜੋ ਮੀਡੀਆ 'ਚ ਖਬਰਾਂ ਆਈਆਂ। ਤੇ ਹੁਣ ਇਹ ਵੀ ਸਾਹਮਣੇ ਹੋਣ ਲੱਗ ਗਿਆ ਵੀ ਟਰਾਂਸਪੋਰਟਰਾਂ ਦੇ ਕਬਜ਼ੇ MLA ਕਿਉਂ ਕਰ ਰਹੇ ਸੀਗੇ, ਵੀ ਤਾਂ ਕਿ ਇਹ ਰੌਲਾ ਨਾ ਪਵੇ। ਇਹ ਵਿਚਾਰਾ ਰਹਿ ਗਿਆ ਹੋਣਾ ਕਰਨ ਤੋਂ, ਤੇ ਇਹਦੀ ਟਰਾਂਸਪੋਰਟਰ ਨੇ ਸਪੀਡ ਚੈੱਕ ਕਰਤੀ। ਇਸ ਕਰਕੇ ਖਬਰਾਂ ਤਾਂ ਹੋਰ ਵੀ ਆ ਰਹੀਆਂ ਮਾਈਨਿੰਗ ਨੂੰ ਲੈ ਕੇ, ਪਰ ਹਲੇ ਨਹੀਂ। ਅੱਗੇ ਖੁਲਾਸੇ ਕਰਾਂਗੇ, ਕਿਉਂਕਿ ਅਸੀਂ ਕੋਈ ਵੀ ਗੱਲ ਕਰਾਂਗੇ ਤੱਥ ਦੇ ਆਧਾਰ ਤੇ ਕਰਾਂਗੇ, ਕਾਗਜ਼ ਦੇ ਆਧਾਰ ਤੇ ਕਰਾਂਗੇ। ਅਸੀਂ ਅਨਪੜ੍ਹ ਜਾਹਿਲ, ਜਿਵੇਂ ਇਹਨਾਂ ਦੇ ਆਤਸ਼ੀਆਰ ਉਹ ਕਹਿ ਰਹੇ ਨੇ ਭਾਰਦਵਾਜ, ਸੌਰਵ ਭਾਰਦਵਾਜ, ਅਸੀਂ ਅਨਪੜ੍ਹ ਜਾਹਿਲ ਵਾਲੀ ਗੱਲ ਨਹੀਂ ਕਰਾਂਗੇ, ਪੜ੍ਹੇ ਲਿਖੇ ਵਾਲੀ ਗੱਲ ਕਰਾਂਗੇ। ਸੋ ਇਹ WhatsApp ਨੰਬਰ ਪੰਜਾਬ ਬੋਲਦਾ ਨਾਂ ਤੇ ਜਾਰੀ ਕਰਨ ਲੱਗੇ ਆ। ਇਸ ਨੰਬਰ ਤੇ ਆਪਣੇ ਮੁੱਦੇ, ਆਪਣੇ ਸਵਾਲ ਤੇ ਕੋਸ਼ਿਸ਼ ਕਰਾਂਗੇ ਕਿ ਹਰ ਪ੍ਰੈਸ ਕਾਨਫਰੰਸ 'ਚ ਇਵੇਂ ਹੀ ਕੋਈ ਇੱਕ ਅੱਧਾ ਸਾਡਾ ਪੰਜਾਬ ਦਾ ਜਿਹਦਾ ਆਪਣਾ ਮੁੱਦਾ ਹੋਵੇ, ਆਪਣੇ ਹਲਕੇ ਦਾ, ਆਪਣੇ ਏਰੀਆ ਦਾ ਮੁੱਦਾ ਹੋਵੇ, ਉਹ ਮੁੱਦੇ ਲੈ ਕੇ ਸਾਡੇ ਕੋਲ ਆਉਣ, ਉਹਨਾਂ ਨੂੰ ਬਿਠਾ ਕੇ ਆਪਣੇ ਮੁੱਦੇ ਆਪ ਮੀਡੀਆ ਦੇ ਸਾਥੀਆਂ ਅੱਗੇ ਰੱਖਣ ਤੇ ਦੱਸਣ ਕਿ ਪੰਜਾਬ ਦੀ ਸਰਕਾਰ ਜਿੱਥੇ ਵਧੀਆ ਕੰਮ ਕਰੇਗੀ ਅਸੀਂ ਉਹਦੇ ਲਈ ਸ਼ਲਾਘਾ ਵੀ ਕਰਾਂਗੇ, ਪਰ ਜਿੱਥੇ ਧੱਕਾ ਕਰੇਗੀ ਅਸੀਂ ਮੁੱਦੇ ਵੀ ਨਹੀਂ ਸਰਕਾਰ ਦੇ ਸਾਹਮਣੇ ਰੱਖਦੇ ਰਹਾਂਗੇ।